ਪ੍ਰੈਸੈਂਟਰੀ ਡਰਾ ਐਜ਼ ਪਰ ਕੈਨੇਡੀਅਨ ਇਮੀਗ੍ਰੇਸ਼ਨ ਮਿਨਿਸਟਰ ਜਿਹੜਾ ਹੈਗੇ ਉਹਨਾਂ ਦੇ ਤਾਂ ਉਹਨਾਂ ਦੀ ਜੋ ਸਟੇਟਮੈਂਟ ਸੀਗੀ ਲਾਸਟ ਮੰਥ ਦੀ ਤਾਂ ਉਹਦੇ ਅਕੋਰਡਿੰਗ ਸੀਗਾ ਕਿ ਅਸੀਂ ਬੈਕਲੌਗ ਵੀ ਰਿਮੂਵ ਹੋ ਰਿਹਾ। ਜਿਵੇਂ ਹੁਣ ਜੇ ਆਪਾਂ ਗੱਲ ਕਰ ਲਈਏ ਐਕਸਪ੍ਰੈਸ ਐਂਟਰੀ ਡਰਾ ਆਉਣਾ ਕਦੋਂ ਆਉਣਾ ਪਹਿਲੀ ਚੀਜ਼ ਤਾਂ ਐਕਸਪ੍ਰੈਸ ਐਂਟਰੀ ਡਰਾ ਐਜ਼ ਪਰ ਕੈਨੇਡੀਅਨ ਇਮੀਗ੍ਰੇਸ਼ਨ ਮਿਨਿਸਟਰ ਜਿਹੜਾ ਹੈਗੇ ਉਹਨਾਂ ਦੇ ਤਾਂ ਉਹਨਾਂ ਦੀ ਜੋ ਸਟੇਟਮੈਂਟ ਸੀਗੀ ਲਾਸਟ ਮੰਥ ਦੀ ਤਾਂ ਉਹਦੇ ਅਕੋਰਡਿੰਗ ਸੀਗਾ ਕਿ ਅਸੀਂ ਸਪਰਿੰਗ ਸੈਸ਼ਨ ਜਿਹੜਾ ਕਿ ਹੁਣ ਕਰੰਟਲੀ ਚੱਲਦਾ ਪਿਆ ਕਿ ਆਪਣੇ ਸਪਰਿੰਗ ਸੈਸ਼ਨ ਦੇ ਵਿੱਚ ਅਸੀਂ ਉਹਨੂੰ ਰਿਜ਼ਿਊਮ ਕਰਾਂਗੇ ਕੋਵਿਡ ਟਾਈਮ ਵਿੱਚ ਤੇ ਬਟ ਉਹਨਾਂ ਦਾ ਆਇਲਸ ਜਿਹੜਾ ਹੈ ਉਹ ਤਾਂ ਆਇਲਸ ਦੀ ਵੈਲਿਡਿਟੀ 2 ਸਾਲ ਦੀ ਹੁੰਦੀ ਹੈ ਤੇ ਉਹਨਾਂ ਲਈ ਕੀ ਹੋਏਗਾ, ਉਹਨਾਂ ਲਈ ਕ੍ਰਾਈਟੇਰੀਆ ਕੁਝ ਡਿਫਰੈਂਟ ਹੋਏਗਾ ਜਾਂ ਉਹਨਾਂ ਦੀ ਫਾਈਲ ਉਧਰੋਂ ਹੀ ਰਿਜ਼ਿਊਮ ਹੋਏਗੀ। FSW ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਵਿੱਚ ਜਦੋਂ ਤੁਹਾਨੂੰ ਪਹਿਲਾਂ ਇਨਵੀਟੇਸ਼ਨ ਟੂ ਅਪਲਾਈ ਆਉਂਦਾ ਪਹਿਲਾਂ ਉੱਥੋਂ ਤੱਕ ਦੀਆਂ ਰਿਕੁਆਇਰਮੈਂਟ ਅਸੀਂ ਮੀਟ ਕਰਦੇ ਹਾਂ। ਜਦੋਂ ਅਸੀਂ ਫਾਈਲ ਸਬਮਿਟ ਕਰਤੀ ਤਾਂ ਉਹ ਸਾਡਾ ਸਾਰਾ ਕੁਝ ਲੌਕ ਹੋ ਜਾਂਦਾ ਤਾਂ ਉਸ ਤੋਂ ਬਾਅਦ ਵਾਲੇ ਤਾਂ ਉਹ ਡਿਸੀਜਨ ਉਹਦੇ ਟਾਈਮ ਫਰੇਮ ਦੇ ਵਿੱਚ ਆਉਣਾ। ਜੋ ਬੈਕਲੌਗ ਕਲੀਅਰ ਕਰਨ ਲਈ ਸਟਾਫ ਹੈ ਉਹ ਡਿਫਰੈਂਟ ਹੈ। ਜੋ ਨਵੀਆਂ ਐਪਲੀਕੇਸ਼ਨ ਨੇ ਉਹਨਾਂ ਲਈ ਡਿਫਰੈਂਟ ਸਟਾਫ ਵਰਕ ਕਰਦਾ। ਮਤਲਬ ਇੱਦਾਂ ਨਹੀਂ ਹੈਗਾ ਕਿ ਤੁਹਾਡੀ ਫਾਈਲ ਅੱਜ ਲੱਗੀ ਤਾਂ ਉਹ ਸਟੈਕ 'ਚ ਚਲੀ ਗਈ। ਸੋ ਜਦੋਂ ਡਰਾ ਆਊਗਾ ਤਾਂ ਉਹ ਸੈਪਰੇਟਲੀ ਪ੍ਰੋਸੈਸ ਹੋਣੀਆਂ ਨੇ ਹੈ ਨਾ। ਤੇ ਕਿੰਨੀ ਵਾਰ ਤਾਂ ਲੋਕੀ ਸੋਚਦੇ ਕਿ ਹੁਣ ਜੇ ਸਟੱਡੀ ਦੇ ਵੀ ਸਾਡਾ ਨਹੀਂ ਬਣ ਰਿਹਾ, PR ਤੇ ਨਹੀਂ ਬਣ ਰਿਹਾ, ਐਟਲੀਸਟ ਵਿਜ਼ਿਟਰ ਤੇ ਤਾਂ ਜਾਈਏ ਤੇ ਇੱਕ ਮਤਲਬ ਵਿਜ਼ਿਟਰ ਦਾ ਜਾ ਸਕਦੇ ਆ ਉਹ ਈਜ਼ੀਲੀ ਵਿਜ਼ਿਟਰ। ਉਹਨੂੰ ਇੱਦਾਂ ਦੀ ਆਪਸ਼ਨ ਨਾ ਬਣਾਓ ਕਿ ਤੁਸੀਂ ਵਿਜ਼ਿਟਰ ਵੀਜ਼ਾ ਚਲੋ ਇਹ ਨਹੀਂ ਹੋਇਆ ਤਾਂ ਹੁਣ ਅਸੀਂ ਵਿਜ਼ਿਟਰ ਵੀਜ਼ਾ ਕਰ ਲਈਏ, ਕਿਉਂਕਿ ਮੈਂ ਹਰ ਵਾਰ ਕਹਿਣਾ ਕਿ ਜੀ ਹਰ ਇੱਕ ਵੀਜ਼ਾ ਦੀ ਆਪਣੀ ਰਿਕੁਆਇਰਮੈਂਟ ਆ। ਸੋ ਕਿਸੇ ਇੱਕ ਚੀਜ਼ ਦੀ ਰਿਕੁਆਇਰਮੈਂਟ ਪੂਰੀ ਕਰਨ ਦੇ ਲਈ ਕਈ ਵਾਰੀ ਅਸੀਂ ਦੂਜੀ ਰਿਕੁਆਇਰਮੈਂਟ ਆਪਣੀ ਖਰਾਬ ਕਰ ਲੈਂਦੇ ਜਾਂ ਉਹਨੂੰ ਆਲਟਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵਿਜ਼ਿਟਰ ਵੀਜ਼ਾ ਦਾ ਐਗਜ਼ੈਕਟ ਕ੍ਰਾਈਟੇਰੀਆ ਕੀ ਹੁੰਦਾ ਹੈ ਕਿ ਕਿਹੜੇ ਉਹਦੇ ਕ੍ਰੈਡੈਂਸ਼ੀਅਲਸ ਹੁੰਦੇ ਨੇ ਜਿਹਦੇ ਤੇ ਜਾਣਾ ਚਾਹੀਦਾ? ਮੈਮ ਅਸੀਂ ਜੇ ਜਾਣਾ ਤਾਂ ਅਸੀਂ ਦੋ ਚੀਜ਼ਾਂ ਦਾ ਖਿਆਲ ਰੱਖਣਾ ਕਿ ਪਹਿਲਾਂ ਉਹਨਾਂ ਨੂੰ ਇਹ ਦੱਸਣਾ ਕਿ ਅਸੀਂ ਜਾਣਾ ਕਿਉਂ ਆ, ਦੂਸਰਾ ਉਹਨਾਂ ਨੂੰ ਇਹ ਪ੍ਰੂਵ ਕਰਨਾ ਕਿ ਅਸੀਂ ਵਾਪਸ ਕਿਉਂ ਆਉਣਾ। ਜਿਹਨੇ ਇਹ ਪ੍ਰੂਵ ਕਰ ਲਿਆ ਉਹਦਾ ਹੋ ਜਾਊਗਾ। ਕੁਝ ਜਿਹੜੇ ਹੁੰਦੇ ਨੇ ਮੈਰਿਡ ਹੁੰਦੇ ਨੇ ਤੇ ਸਟੱਡੀ ਵੀਜ਼ਾ ਤੇ ਉਹ ਚਲੇ ਜਾਂਦੇ ਆ ਤੇ ਬਾਅਦ ਚ ਜਦ ਸਪਾਊਸ ਨੂੰ ਬੁਲਾਉਣਾ ਹੁੰਦਾ ਹੈ ਤੇ ਉਹਨਾਂ ਨੂੰ ਕਾਫੀ ਪ੍ਰੋਬਲਮਸ ਆਉਂਦੀਆਂ ਨੇ। ਇਹ ਕਿਉਂ ਆਉਂਦੀਆਂ? ਤੇ ਅਸੀਂ ਬੱਚੇ ਨੇ ਪਹਿਲਾਂ ਰਿਕਮੈਂਡ ਕਰਦਾ ਮੈਂ ਕਿ ਜੀ ਉੱਥੇ ਪਹਿਲਾਂ ਇੱਕ ਸਮੈਸਟਰ ਪੂਰਾ ਕਰੇ ਆਪਣਾ, ਤਾਂ ਕਿ ਉਹ ਇਹ ਪ੍ਰੂਵ ਕਰ ਸਕੇ ਕਿ ਜਿਹੜਾ ਪਰਸਨ ਉੱਥੇ ਗਿਆ ਸਟੱਡੀ ਤੇ ਉਹ ਆਪਣਾ ਪਹਿਲਾਂ ਜਿਹੜੀ ਚੀਜ਼ ਲਈ ਉਹਨੂੰ ਵੀਜ਼ਾ ਦਿੱਤਾ ਗਿਆ ਉਹ ਆਪਣਾ ਪ੍ਰੋਪਰਲੀ ਇਨਵੋਲਵਡ ਆ ਉਹਦੇ 'ਚ, ਉਹ ਸਟੱਡੀ 'ਚ ਇਨਵੋਲਵਡ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ। ਮੈਂ ਸ਼ੁਭਪ੍ਰੀਤ ਕੌਰ। ਬਾਹਰ ਜਾਣ ਦਾ ਕ੍ਰੇਜ਼ ਲੋਕਾਂ ਵਿੱਚ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਤੇ ਅੱਜ ਇੱਕ ਵਾਰ ਫਿਰ ਅਸੀਂ ਇੱਥੇ ਮੌਜੂਦ ਹਾਂ ਗਲੋਬਲ ਅਚੀਵਰਸ ਦੇ ਲੁਧਿਆਣਾ ਦੇ ਆਫਿਸ ਵਿੱਚ, ਜੋ ਕਿ ਮਾਡਲ ਟਾਊਨ ਵਿੱਚ ਹੈ ਤੇ ਸਾਡੇ ਵਿੱਚ ਮੌਜੂਦ ਨੇ ਸਰ ਗਗਨਦੀਪ ਸਿੰਘ ਖਟਰਾ, ਜਿਨ੍ਹਾਂ ਨਾਲ ਆਪਾਂ ਥੋੜੀ ਬਹੁਤੀ ਗੱਲਬਾਤ ਕਰਾਂਗੇ ਕਿ ਜਿਹੜੇ ਹੁਣ PR ਰਿਲੇਟਡ ਜਿਹੜੀ ਲੋਕਾਂ ਦੀ ਕੁਐਰੀਜ਼ ਹੁੰਦੀਆਂ ਨੇ ਤੇ ਨਾਲ ਹੀ ਵਿਜ਼ਿਟਰ ਵੀਜ਼ਾ ਤੇ ਸਪਾਊਸ ਵਰਕ ਪਰਮਿਟ ਜਿਹੜਾ ਹੁੰਦਾ ਹੈ, ਸਪਾਊਸਲ ਵੀਜ਼ਾ, ਇਹਨਾਂ ਸਾਰਿਆਂ ਬਾਰੇ ਥੋੜੀ ਜਿਹੀ ਡਿਸਕਸ਼ਨ ਜਿਹੜੀ ਹੈ ਸਰ ਨਾਲ ਅੱਜ ਕਰਾਂਗੇ। ਤੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਮੈਮ ਜਿਵੇਂ ਤੁਸੀਂ ਕਿਹਾ ਕਿ ਆਪਾਂ ਸਾਰੀਆਂ ਚੀਜ਼ਾਂ ਨੂੰ ਥੋੜ੍ਹਾ ਕਰਾਂਗੇ ਕਿਉਂਕਿ ਤਿੰਨੇ ਮੇਨ ਇਹਨਾਂ ਐਪਲੀਕੇਸ਼ਨਸ ਹੁੰਦੀਆਂ ਨੇ ਪੰਜਾਬ ਤੋਂ। ਜੇ ਆਪਾਂ ਸਪੈਸੀਫਿਕਲੀ ਪੰਜਾਬ ਤੋਂ ਗੱਲ ਕਰੀਏ ਤਾਂ 3 ਤਰ੍ਹਾਂ ਦੀਆਂ ਮੇਨ ਐਪਲੀਕੇਸ਼ਨ ਜਾਂਦੀਆਂ ਨੇ ਆਪਣੇ, ਕਿ ਸਟੱਡੀ ਵੀਜ਼ਾ ਹੈ, ਦੈਨ ਫਿਰ PR ਦੇ ਵਿੱਚ ਐਕਸਪ੍ਰੈਸ ਐਂਟਰੀ ਆ ਗਈ, ਦੈਨ ਫਿਰ ਵਿਜ਼ਟਰ ਵੀਜ਼ਾ ਆ ਗਿਆ। ਤਿੰਨੇ ਮੋਸਟ ਕਾਮਨ ਨੇ ਸਾਡੇ ਲਈ। ਬਟ ਹਾਂ ਸਾਰਿਆਂ 'ਤੇ ਹੁਣ ਇਹ ਹੈਗਾ ਕਿ ਸਾਰਿਆਂ 'ਤੇ ਇਸ ਸਾਲ ਤੋਂ ਕੰਮ ਹੋਣਾ ਸ਼ੁਰੂ ਹੋ ਗਿਆ ਤੇ ਬੈਕਲੌਗ ਕਲੀਅਰ ਹੋਣੇ ਸ਼ੁਰੂ ਹੋਏ ਨੇ। ਬਟ ਹਾਂ ਸਾਰਿਆਂ ਦੀਆਂ ਰਿਕੁਆਇਰਮੈਂਟ ਡਿਫਰੈਂਟ ਨੇ, ਹਰ ਇੱਕ ਦੇ ਆਪਣੇ ਡਿਫਰੈਂਟ ਸਟਰੀਮ ਵਾਈਜ਼ ਰਿਕੁਆਇਰਮੈਂਟ ਡਿਫਰੈਂਟ ਨੇ। ਸੋ ਉਹਦੇ ਅਕੋਰਡਿੰਗ ਕੰਮ ਕਰ ਰਹੇ ਨੇ। ਬਟ ਹਾਂ ਹੁਣ ਇਹ ਨਹੀਂ ਕਹਿ ਸਕਦੇ ਤੁਸੀਂ ਕਿ ਕੋਈ ਕੰਮ ਬਿਲਕੁਲ ਪੌਜ਼ਡ ਆ ਜਾਂ ਹੋ ਨਹੀਂ ਰਿਹਾ ਜਾਂ ਚੱਲ ਨਹੀਂ ਰਿਹਾ, ਤੇ ਬੈਕਲੌਗ ਵੀ ਹੁਣ ਥੋੜ੍ਹਾ ਕਲੀਅਰ ਹੋਣਾ ਸ਼ੁਰੂ ਹੋ ਗਿਆ। ਸਰ ਸਟੱਡੀ ਵੀਜ਼ਾ ਦਾ ਪ੍ਰੋਸੀਜਰ ਜਿਹੜਾ ਹੈ ਉਹ ਤਾਂ ਹੌਲੀ ਹੌਲੀ ਹੋ ਹੀ ਰਿਹਾ ਹੈ। ਬੱਚਿਆਂ ਦੇ ਵੀਜ਼ਾ ਭਾਵੇਂ ਲੇਟ ਆ ਰਹੇ ਨੇ ਪਰ ਉਹ ਹੋ ਰਿਹਾ ਹੈ, ਮਤਲਬ ਚੱਲ ਰਿਹਾ ਉਹ ਹੌਲੀ ਹੌਲੀ ਪ੍ਰੋਸੀਜਰ। ਬਟ ਜੇ ਆਪਾਂ PR ਦੀ ਗੱਲ ਕਰੀਏ ਤੇ ਹੁਣ ਜਿਹੜਾ ਉਹ ਡਰਾ ਹੁੰਦਾ ਹੈ, ਐਕਸਪ੍ਰੈਸ ਐਂਟਰੀ ਹੁੰਦੀ ਹੈ, ਉਹ ਕਦੋਂ ਤੋਂ ਖੁੱਲ੍ਹਣ ਦੇ ਆਸਾਰ ਨੇ ਉਹਦੇ ਕਿ ਲੋਕਾਂ ਨੂੰ ਹੁਣ ਉਸ ਚੀਜ਼ ਦੀ ਕਾਫੀ ਉਡੀਕ ਹੈ? ਕਿਉਂਕਿ PNPs ਵਗੈਰਾ ਤੇ ਲੋਕੀ ਇੰਨਾ ਵਿਸ਼ਵਾਸ ਨਹੀਂ ਕਰਦੇ, ਜਾਂ ਜਿਹੜਾ LMIs ਹੁੰਦੇ ਨੇ ਲੋਕੀ ਉਹਨਾਂ ਤੇ ਨਹੀਂ ਇੰਨਾ ਜਾਂਦੇ। ਉਹਨਾਂ ਨੂੰ ਐਕਸਪ੍ਰੈਸ ਐਂਟਰੀ ਦਾ ਹੁੰਦਾ ਕਿ ਉਹਨਾਂ ਦੇ ਸਕੋਰ ਜਿਹੜੇ ਬੰਦੇ ਹੁੰਦੇ ਤੇ ਉਹਦੇ ਤੇ ਹੀ ਜਾਣ। ਕਿਉਂਕਿ ਐਕਸਪ੍ਰੈਸ ਐਂਟਰੀ ਦਾ ਕੀ ਸਿਸਟਮ ਹੈ, ਪਹਿਲੀ ਚੀਜ਼ ਇੱਕ ਥੋੜੀ ਕਲੀਅਰ ਕਰਦਾ ਕਿ ਐਕਸਪ੍ਰੈਸ ਐਂਟਰੀ ਕੋਈ ਇਮੀਗ੍ਰੇਸ਼ਨ ਪ੍ਰੋਗਰਾਮ ਨਹੀਂ ਹੈ। ਐਕਸਪ੍ਰੈਸ ਐਂਟਰੀ ਇੱਕ ਫਾਈਲਿੰਗ ਸਿਸਟਮ ਹੈ ਜਿਹਦੇ ਵਿੱਚ CEC ਯਾਨੀ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ, ਫੈਡਰਲ ਸਕਿਲਡ ਵਰਕਰ FSW, ਜਿਹਦੇ ਵਿੱਚ ਜਿਹਨੂੰ ਅਸੀਂ ਇੱਥੇ ਐਕਸਪ੍ਰੈਸ ਐਂਟਰੀ ਕਹਿੰਦੇ, ਜਿਹਦੇ ਵਿੱਚ ਆਊਟਸਾਈਡ ਐਪਲੀਕੈਂਟ, ਆਊਟਸਾਈਡ ਕੈਨੇਡਾ ਐਪਲੀਕੈਂਟ ਆਪਣੀ PR ਪੁਆਇੰਟਸ ਦੇ ਬੇਸਿਸ ਤੇ ਅਪਲਾਈ ਕਰਦੇ ਨੇ। ਤੀਜਾ ਹੁੰਦਾ ਫੈਡਰਲ ਸਕਿਲਡ ਟ੍ਰੇਡ। ਸੋ ਹੁਣ ਜੇ ਅਸੀਂ FSW ਦੀ ਤੇ ਗੱਲ ਕਰੀਏ ਤੇ CEC ਦੀ ਗੱਲ ਕਰੀਏ, FSW ਬੰਦ ਹੋਇਆ ਸੀ ਦਸੰਬਰ 2020 ਚ, ਰਾਈਟ। ਦੈਨ ਫਿਰ 2021 ਸੈਪਟੈਂਬਰ ਚ CEC ਬੰਦ ਹੋ ਗਿਆ ਸੀ। ਮਤਲਬ ਦੋਨਾਂ ਦੇ ਇੱਕ ਸੈਪਟੈਂਬਰ ਤੋਂ ਬਾਅਦ ਡਰਾ ਨਹੀਂ ਆਇਆ, ਇੱਕ ਦੇ ਵਿੱਚ ਦਸੰਬਰ 2020 ਚ ਲਾਸਟ ਡਰਾ ਆਇਆ ਸੀਗਾ।
ਤਾਂ ਉਹਦੇ ਰੀਜ਼ਨ ਬਹੁਤ ਸਪੈਸੀਫਿਕ ਸੀਗੇ, ਕਿਉਂਕਿ ਉਹ ਕਹਿੰਦੇ ਸੀ ਕਿ ਜੀ ਡਿਊਰਿੰਗ ਕੋਵਿਡ ਜਿਹੜਾ ਹੈਗਾ ਬੈਕਲੌਗ ਬਹੁਤ ਹੋ ਗਿਆ ਸੀ, ਜਿਵੇਂ ਪਿੱਛੇ ਜੋ ਹੋਇਆ ਸੀਗਾ ਕਿ ਟੋਟਲ 1.8 ਮਿਲੀਅਨ ਜਿਹੜਾ ਸੀਗਾ, ਕਿਉਂਕਿ ਉਸ ਟਾਈਮ ਸਾਰੀ ਸਿਚੁਏਸ਼ਨ ਇਦਾਂ ਦੀ ਸੀ ਵਰਲਡ ਵਾਈਡ ਹੈ ਨਾ, ਕਿ ਉਹ ਕਰਨਾ ਪਿਆ ਉਹਨਾਂ ਨੂੰ ਜਾਂ ਉਹ ਬੈਕਲੌਗ ਇਕੱਠਾ ਹੋ ਗਿਆ। ਬਟ ਹਾਂ, ਅੱਜ ਦੀ ਘੜੀ ਦੇ ਵਿੱਚ ਬੈਕਲੌਗ ਵੀ ਰਿਮੂਵ ਹੋ ਰਿਹਾ। ਜਿਵੇਂ ਹੁਣ ਜੇ ਆਪਾਂ ਗੱਲ ਕਰ ਲਈਏ ਐਕਸਪ੍ਰੈਸ ਐਂਟਰੀ ਡਰਾਅ ਆਉਣਾ ਕਦੋਂ ਆਉਣਾ, ਪਹਿਲੀ ਚੀਜ਼ ਤਾਂ ਐਕਸਪ੍ਰੈਸ ਐਂਟਰੀ ਡਰਾਅ ਐਜ਼ ਪਰ ਕੈਨੇਡੀਅਨ ਇਮੀਗ੍ਰੇਸ਼ਨ ਮਿਨਿਸਟਰ ਜਿਹੜਾ ਹੈਗੇ ਉਹਨਾਂ ਦੇ, ਤਾਂ ਉਹਨਾਂ ਦੀ ਜੋ ਸਟੇਟਮੈਂਟ ਸੀਗੀ ਲਾਸਟ ਮੰਥ ਦੀ, ਤਾਂ ਉਹਦੇ ਅਕੋਰਡਿੰਗ ਸੀਗਾ ਕਿ ਅਸੀਂ ਸਪਰਿੰਗ ਸੈਸ਼ਨ ਜਿਹੜਾ ਕਿ ਹੁਣ ਕਰੰਟਲੀ ਚੱਲਦਾ ਪਿਆ, ਕਿ ਆਪਣੇ ਸਪਰਿੰਗ ਸੈਸ਼ਨ ਦੇ ਵਿੱਚ ਅਸੀਂ ਉਹਨੂੰ ਰਿਜ਼ਿਊਮ ਕਰਾਂਗੇ। ਡੇਟ ਕੋਈ ਸਪੈਸੀਫਿਕ ਨਹੀਂ ਸੀਗੀ, ਅਤੇ ਅਸੀਂ ਸਪਰਿੰਗ ਸੈਸ਼ਨ ਦੇ ਅਕੋਰਡਿੰਗ ਚੱਲੀਏ ਤਾਂ ਮੇ ਬੀ ਦਿਸ ਮੰਥ ਔਰ ਮੇ ਐਂਡ ਔਰ ਜੂਨ ਸਟਾਰਟਿੰਗ ਤੱਕ ਇਹਨਾਂ ਨੇ ਡਰਾਅ ਆਪਣੇ ਰਿਜ਼ਿਊਮ ਕਰਨਗੇ। ਤਾਂ ਉਹਦੇ 'ਚ ਕੀ ਹੈਗਾ ਕਿ ਜਿੰਨਾ ਬੈਕਲੌਗ ਘਟਦਾ ਜਾਊਗਾ ਉਹਨੇ ਰਿਜ਼ਿਊਮ ਜਿਹੜਾ ਹੈਗਾ ਜਲਦੀ ਹੋਊਗਾ ਅਤੇ ਉਹਨੇ ਡਰਾਅਸ ਫਰੀਕੁਐਂਟ ਹੋਣਗੇ। ਅਤੇ ਜੇ ਆਪਾਂ ਬਿਫੋਰ ਕੋਵਿਡ ਗੱਲ ਕਰ ਲਈਏ ਤਾਂ ਬਿਫੋਰ ਕੋਵਿਡ ਕੀ ਹੁੰਦਾ ਸੀਗਾ ਕਿ ਡਰਾਅ ਆਉਂਦਾ ਸੀ ਬਾਈ ਵੀਕਲੀ, ਇੱਕ ਵਾਰ ਪ੍ਰੋਗਰਾਮ ਸਪੈਸੀਫਿਕ ਹੁੰਦਾ ਸੀ ਕਿ FSW, ਇੱਕ ਵਾਰ ਨਾਨ ਪ੍ਰੋਗਰਾਮ ਸਪੈਸੀਫਿਕ ਹੁੰਦਾ ਸੀ ਜਿਹਦੇ ਵਿੱਚ ਸਾਰੇ ਆਉਂਦੇ ਸੀਗੇ, ਤਾਂ ਉਹ ਬਹੁਤ ਨਾਰਮਲ ਸਟੇਜ 'ਤੇ ਆ ਜਾਊਗਾ। ਬਟ ਹਾਂ, ਜਿਹੜੀ ਗੱਲ ਕਰ ਲਈ ਕਿ ਬੈਕਲੌਗ ਕਿੱਥੋਂ ਤੱਕ ਪਹੁੰਚ ਗਿਆ, ਤਾਂ ਬੈਕਲੌਗ ਜਿੰਨਾ ਕੁ ਮੈਂ ਆਪਣੇ ਐਪਲੀਕੈਂਟਸ ਦੇ ਅਕੋਰਡਿੰਗ ਜਾਂ ਜੇ ਆਪਾਂ ਗਲੋਬਲੀ ਗੱਲ ਕਰ ਲਈਏ ਤਾਂ ਆਲਮੋਸਟ ਇਹ ਦਸੰਬਰ ਦੀਆਂ ਫਾਈਲਾਂ ਦੇ ਅਕੋਰਡਿੰਗ ਦੇਖੀਏ ਜਿਹੜੀਆਂ 2020 ਦੀਆਂ ਫਾਈਲਾਂ ਸੀਗੀਆਂ FSW ਦੀਆਂ ਜਾਂ ਐਕਸਪ੍ਰੈਸ ਐਂਟਰੀ ਦੀਆਂ, ਤਾਂ ਉਹਦੇ 'ਚ ਇਹ ਆਲਮੋਸਟ ਮੇ ਜੂਨ ਤੱਕ ਪਹੁੰਚ ਗਿਆ। ਮਤਲਬ ਜਿਨ੍ਹਾਂ ਦੀ 2020 'ਚ ਕੋਵਿਡ ਵੇਲੇ ਫਾਈਲ ਲੱਗੀ ਹੋਈ ਸੀ ਅਤੇ ਉਹਨਾਂ ਦੇ ਮੇ ਤੱਕ ਜੂਨ ਤੱਕ ਪਹੁੰਚ ਚੁੱਕੇ, ਮੇ ਜੂਨ ਵਾਲਿਆਂ ਨੂੰ ਰਿਸਪੌਂਸ ਆ ਗਏ ਨੇ। ਸਰ ਜੇ ਆਪਾਂ ਉਹਨਾਂ ਦੀ ਗੱਲ ਕਰੀਏ ਕਿ ਜਿਹਨਾਂ ਦੇ ਕੋਵਿਡ ਟਾਈਮ ਵਿੱਚ ਤੇ ਬਟ ਉਹਨਾਂ ਦਾ ਆਇਲਸ ਜਿਹੜਾ ਹੈ ਉਹ ਤਾਂ ਆਇਲਸ ਦੀ ਵੈਲਿਡਿਟੀ 2 ਸਾਲ ਦੀ ਹੁੰਦੀ ਹੈ, ਤੇ ਉਹਨਾਂ ਲਈ ਕੀ ਹੋਏਗਾ, ਉਹਨਾਂ ਲਈ ਕ੍ਰਾਈਟੇਰੀਆ ਕੁਝ ਡਿਫਰੈਂਟ ਹੋਏਗਾ ਜਾਂ ਉਹਨਾਂ ਦੀ ਫਾਈਲ ਉੱਧਰੋਂ ਹੀ ਰਿਜ਼ਿਊਮ ਹੋਏਗੀ? ਨਹੀਂ, ਉਹ ਉੱਦਾਂ ਹੀ ਰਿਜ਼ਿਊਮ ਹੈਗੇ, ਕਿਉਂਕਿ ਇਹ FSW ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਵਿੱਚ ਜਦੋਂ ਤੁਹਾਨੂੰ ਪਹਿਲਾਂ ਇਨਵੀਟੇਸ਼ਨ ਟੂ ਅਪਲਾਈ ਆਉਂਦਾ, ਪਹਿਲਾਂ ਉੱਥੋਂ ਤੱਕ ਦੀਆਂ ਰਿਕੁਆਇਰਮੈਂਟ ਅਸੀਂ ਮੀਟ ਕਰਦੇ ਹਾਂ। ਜਦੋਂ ਅਸੀਂ ਫਾਈਲ ਸਬਮਿਟ ਕਰਤੀ ਤਾਂ ਉਹ ਸਾਡਾ ਸਾਰਾ ਕੁਝ ਲੌਕ ਹੋ ਜਾਂਦਾ, ਤਾਂ ਉਸ ਤੋਂ ਬਾਅਦ ਵਾਲੇ ਤਾਂ ਉਹ ਡਿਸੀਜਨ ਉਹਦੇ ਟਾਈਮ ਫਰੇਮ ਦੇ ਵਿੱਚ ਆਉਣਾ। ਕਦੇ ਆਫਿਸਰ ਨੂੰ ਲੱਗੇ ਤਾਂ ਬਹੁਤ ਰੇਅਰ ਕੇਸ ਦੇ ਵਿੱਚ ਉਹ ਦੁਬਾਰੇ ਡਿਮਾਂਡ ਕਰਦੇ, ਬਟ ਮੈਨੂੰ ਨਹੀਂ ਲੱਗਦਾ ਕਿ ਕੋਵਿਡ ਦੇ ਡਿਊਰਿੰਗ ਕਿਸੇ ਨੂੰ ਇਸ ਕਰਕੇ ਮਨਾ ਕਰ ਦੇਣਗੇ ਹੁਣ ਕਿ ਉਹਨਾਂ ਦੀ ਡਿਊਰਿੰਗ ਉਹਦੇ, ਕਿਉਂਕਿ ਉਹ ਐਬਸੋਲਿਊਟ ਇੱਕ ਕੰਡੀਸ਼ਨ ਸੀਗੀ ਨਾ ਵਰਲਡ ਵਾਈਡ ਸੀਗੀ, ਉਹਦੇ ਵਿੱਚ ਕੋਈ ਸਪੈਸੀਫਿਕ ਨਹੀਂ ਹੋਊਗਾ ਕਿ ਜੇ ਇਹਨਾਂ ਦੀ ਆਇਲਸ ਐਕਸਪਾਇਰ ਹੋ ਗਈ ਜਾਂ ਇਹਨਾਂ ਦੀ ਆਹ ਚੀਜ਼ ਐਕਸਪਾਇਰ ਹੋ ਗਈ। ਹਾਂ, ਜਿਹੜੀਆਂ ਐਕਸਪਾਇਰ ਹੋਈਆਂ ਚੀਜ਼ਾਂ ਨੇ PCC ਦੁਬਾਰੇ ਮੰਗਣਗੇ, ਉਹ ਮੰਗ ਸਕਦੇ ਆ, ਤੁਹਾਡਾ ਮੈਡੀਕਲ ਦੁਬਾਰੇ ਮੰਗ ਸਕਦੇ ਆ, ਜਾਂ ਕੋਈ ਵੀ ਹੋਰ ਇੱਦਾਂ ਦਾ ਡਾਕੂਮੈਂਟ ਜਿਹੜਾ ਡੇਟ ਸਪੈਸੀਫਿਕ ਸੀਗਾ। ਮੰਨ ਲਓ ਕੋਈ ਬੈਂਕ ਸਟੇਟਮੈਂਟ ਸੀ ਜਾਂ ਤੁਹਾਡੀ ਕੋਈ ਫਾਈਨੈਂਸ਼ੀਅਲ ਸਟੇਟਮੈਂਟ ਸੀਗੀ, ਤੁਹਾਡਾ ITR ਸੀ, ਤੁਹਾਡੇ ਕੋਈ ਪੇਰੋਲ ਸੀ, ਉਹਦੀ ਕੋਈ ਰੀਸੈਂਟ ਕਾਪੀ ਮੰਗ ਸਕਦੇ ਆ, ਜਸਟ ਟੂ ਕਨਫਰਮ ਕਿ ਕੀ ਅਸੀਂ ਅੱਜ ਵੀ ਉਸੇ ਸੇਮ ਫੀਲਡ 'ਚ ਕਰ ਰਹੇ ਹਾਂ ਜਾਂ ਕੁਝ ਚੇਂਜਸ ਆਏ ਨੇ, ਜਾਂ ਕੋਈ ਐਡਰੈਸ ਦੀ ਅਪਡੇਟ ਮੰਗ ਸਕਦੇ ਇੱਦਾਂ ਜਾਂ ਉਹ ਹੋ ਸਕਦਾ। ਬਟ ਇੱਦਾਂ ਨਹੀਂ ਹੋਊਗਾ ਕਿ ਵੀ ਉਹ ਆਇਲਸ ਤੁਹਾਡੇ ਇਹ ਕਹਿ ਕੇ ਕਰ ਦੇਣਗੇ ਕਿ ਨਹੀਂ ਜੀ ਤੁਹਾਡੀ ਆਇਲਸ ਐਕਸਪਾਇਰ ਹੋ ਗਿਆ, ਇੱਦਾਂ ਨਹੀਂ ਹੋਏਗਾ। ਤੇ ਸਰ ਜਿਵੇਂ ਹੁਣ ਆਪਾਂ ਜੇ ਗੱਲ ਕਰੀਏ ਇਹਦੀ ਐਕਸਪ੍ਰੈਸ ਐਂਟਰੀ ਦੀ ਹੀ, ਤੇ ਇਸ ਦਾ ਕੋਈ ਕ੍ਰਾਈਟੇਰੀਆ ਜਿਹੜਾ ਹੈ ਉਹ ਚੇਂਜ ਹੋਏਗਾ ਜਾਂ ਸੇਮ ਕ੍ਰਾਈਟੇਰੀਆ ਰਹੇਗਾ? ਜਿਹੜੇ ਜਿਨ੍ਹਾਂ ਨੇ ਨਵੀਂ ਫਾਈਲਸ ਲਗਾਉਣੀਆਂ ਨੇ ਤਾਂ ਉਹਨਾਂ ਵਾਸਤੇ ਸੇਮ ਰਹੇਗਾ, ਕੋਈ ਚੇਂਜਸ ਤਾਂ ਨਹੀਂ ਆਏ? ਸੇਮ ਕ੍ਰਾਈਟੇਰੀਆ ਰਹੂਗਾ ਜੀ, ਸੇਮ ਸਾਰਾ ਕੁਝ ਹੋਏਗਾ। ਬਟ ਗੱਲ ਸਿਰਫ ਇੰਨੀ ਹੈ ਕਿ ਜਦੋਂ ਹੁਣ ਉਹਨੇ ਰਿਜ਼ਿਊਮ ਕਰਨਾ ਅਸੀਂ ਰੈਡੀ ਹੋਣੇ ਚਾਹੀਦੇ, ਤਾਂ ਰੈਡੀ ਹੋਣ ਲਈ ਉਹੀ ਕ੍ਰਾਈਟੇਰੀਆ ਕਿ ਤੁਹਾਡੇ ਕੋਲੇ ਤੁਹਾਡਾ ਆਇਲ ਸਕੋਰ ਰੈਡੀ ਹੋਵੇ, ਤੁਹਾਡੇ ਕੋਲੇ ਤੁਹਾਡੀ WS ICAS ਜਾਂ IQAS ਜਿਹੜੀ ਵੀ ਤੁਸੀਂ ਐਵੈਲੂਏਸ਼ਨ ਕਰਾਈ ਹੈ ਐਜੂਕੇਸ਼ਨ ਦੀ, ਉਹ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਅਵੇਲੇਬਲ ਹੋਵੇ, ਕਿਉਂਕਿ ਇਹਨਾਂ ਦੋਨੋਂ ਤੋਂ ਬਿਨਾਂ ਪ੍ਰੋਫਾਈਲ ਨਹੀਂ ਕ੍ਰੀਏਟ ਹੁੰਦਾ। ਜੋ ਪ੍ਰੋਫਾਈਲ ਕ੍ਰੀਏਟ ਕੀਤਾ ਤੁਸੀਂ ਕ੍ਰਾਈਟੇਰੀਆ ਮੈਚ ਕਰਦੇ ਹੋ, ਤੁਹਾਨੂੰ ਇਨਵੀਟੇਸ਼ਨ ਆ ਜਾਊਗਾ, ਨਹੀਂ ਆਏਗਾ, ਰਾਈਟ। ਬਾਕੀ ਇਹਦੇ ਨਾਲ ਜਿਵੇਂ ਤੁਸੀਂ ਸਟਾਰਟਿੰਗ 'ਚ ਗੱਲ ਕੀਤੀ ਕਿ PNP 'ਤੇ ਲੋਕ ਭਰੋਸਾ ਨਹੀਂ ਕਰਦੇ, ਬਟ ਥੋੜ੍ਹਾ ਜਿਹਾ ਕਲੈਰੀਫਾਈ ਕਰਦਾ ਕਿ ਦਸੰਬਰ 2020 ਤੋਂ ਜਿਹੜਾ ਬੰਦ ਹੋਇਆ ਹੈ ਉਹਦੇ 'ਚ ਸਿਰਫ ਐਕਸਪ੍ਰੈਸ ਐਂਟਰੀ ਦੇ ਵਿੱਚੋਂ ਇਹ FSW ਬੰਦ ਹੋਇਆ ਸੀ, ਬਟ ਕਦੇ PNP ਨਹੀਂ ਬੰਦ ਹੋਇਆ। PNP ਬੰਦ ਨਹੀਂ ਹੋਇਆ, ਬਟ ਲੋਕਾਂ ਨੂੰ ਜਿਵੇਂ ਹੁੰਦਾ ਹੈ ਕਿ ਲਾਈਕ ਜੇ ਆਪਾਂ FSW ਤੇ ਜਾ ਰਹੇ, ਸਾਡਾ ਸਕੋਰ ਉਹਨਾਂ ਮੀਟ ਕਰ ਰਿਹਾ ਤੇ ਉਹ ਉਹਨਾਂ ਨੂੰ ਜ਼ਿਆਦਾ ਬੈਟਰ ਵੇ ਲੱਗਦਾ, ਤੇ ਉਹ ਆਪਣੀ ਫਾਈਲ ਉਸ ਵਿੱਚ ਕਿੰਨੇ ਲੋਕੀ ਤਾਂ ਆਪਣੀ ਜਿਹੜੀ ਫਾਈਲ ਹੈ ਉਸ ਨੂੰ ਪ੍ਰੋਸੈਸ ਕਰ ਲੈਂਦੇ ਆ। ਉਹਦੇ ਵਿੱਚ ਕਰ ਲੈਂਦੇ ਨੇ, ਬਟ ਫਿਰ ਵੀ ਤੁਸੀਂ ਇਹ ਦੇਖੋ ਨਾ ਕਿ ਜੇ PNP ਜੇ ਤੁਹਾਡਾ ਸਕੋਰ ਸਪੋਜ਼ 463 ਆ, ਤਾਂ ਇਹਦੇ ਵਿੱਚ ਇਹ ਵੀ ਬਹੁਤ ਨਾਰਮਲ ਹੈ ਕਿ 463 ਜਾਂ ਜਿਹੜਾ ਵੀ ਇਹ ਤੋਂ ਨੈਕਸਟ ਵਾਲਾ ਸਕੋਰ ਆਏ ਤਾਂ ਬਿਗਰ ਸਕੋਰ ਹੈਗਾ ਕੋਈ ਤੁਹਾਡਾ, ਹੈ ਨਾ, ਤਾਂ ਉੱਥੇ ਤੁਹਾਨੂੰ ਸਟੇਟ ਵੀ ਕਈ ਵਾਰ ਆਪਣੇ ਆਪ ਇਨਵੀਟੇਸ਼ਨ ਭੇਜ ਦਿੰਦੀ ਹੈ ਕਿ ਤੁਸੀਂ ਜੇ ਇੱਥੇ ਆਪਣੀ PNP ਅਪਲਾਈ ਕਰਨਾ। ਤਾਂ ਜਿਨ੍ਹਾਂ ਨੇ ਉਸ ਟਾਈਮ 'ਤੇ ਇਹ ਸੋਚ ਕੇ ਨਹੀਂ ਕੀਤਾ ਕਿ ਜੀ ਨਹੀਂ ਸਾਡਾ ਤਾਂ ਐਕਸਪ੍ਰੈਸ ਲੱਗਿਆ ਹੋਇਆ, ਸੋ ਉਹ ਹੁਣ ਵੇਟ ਕਰ ਰਹੇ ਸੀਗੇ, ਜਿਨ੍ਹਾਂ ਨੇ ਕਰ ਲਿਆ ਉਹਨਾਂ ਦਾ ਪ੍ਰੋਸੈਸ ਵੀ ਹੋ ਗਿਆ ਅਤੇ ਉਹ ਚਲੇ ਵੀ ਗਏ। ਤੇ ਸਰ ਜਿਹੜਾ ਹੁਣ ਜਿਵੇਂ ਲਾਈਕ ਹੁਣ ਓਪਨ ਜਦ ਹੋਏਗੀ ਐਕਸਪ੍ਰੈਸ ਐਂਟਰੀ, ਤੇ ਉਦੋਂ ਵੀ ਜਿਵੇਂ ਇੱਕਦਮ ਰਸ਼ ਪੈ ਜਾਏਗਾ, ਜਿਹੜੀ ਕੋਵਿਡ ਦੇ ਪਹਿਲਾਂ ਦੀਆਂ ਫਾਈਲਸ ਜਿਹੜੀਆਂ ਪਈਆਂ ਹੋਈਆਂ ਨੇ, ਤੇ ਉਹ ਵੀ ਲਾਈਕ ਸਿਸਟਮ ਥੋੜ੍ਹਾ ਇਹਦਾ ਪ੍ਰੋਸੀਜਰ ਸਲੋ ਨਹੀਂ ਹੋ ਜਾਏਗਾ? ਉਹਨਾਂ ਨੇ ਬਹੁਤ ਕਲੈਰੀਫਾਈ ਕੀਤਾ ਸੀ ਇਸ ਸਿਸਟਮ ਨੂੰ ਚੇਂਜ ਕਰਨ ਤੋਂ ਬਾਅਦ। ਬਹੁਤ 3-4 ਬਾਅਦ ਪ੍ਰੈਸ ਕਾਨਫਰੰਸਿਸ ਹੋਈਆਂ ਨੇ ਇਮੀਗ੍ਰੇਸ਼ਨ ਮਿਨਿਸਟਰ ਦੀਆਂ, ਤਾਂ ਜੋ ਬੈਕਲੌਗ ਕਲੀਅਰ ਕਰਨ ਲਈ ਸਟਾਫ ਹੈ ਉਹ ਡਿਫਰੈਂਟ ਹੈ,
ਜੋ ਨਵੀਆਂ ਐਪਲੀਕੇਸ਼ਨ ਨੇ ਉਹਨਾਂ ਲਈ ਡਿਫਰੈਂਟ ਸਟਾਫ ਵਰਕ ਕਰਦਾ। ਮਤਲਬ ਐਦਾਂ ਨਹੀਂ ਹੈਗਾ ਕਿ ਤੁਹਾਡੀ ਫਾਈਲ ਅੱਜ ਲੱਗੀ ਤੇ ਉਹ ਸਟੈਕ 'ਚ ਚਲੀ ਗਈ। ਸੋ ਜਦੋਂ ਡਰਾ ਆਊਗਾ ਤਾਂ ਉਹ ਸੈਪਰੇਟਲੀ ਪ੍ਰੋਸੈਸ ਹੋਣੀਆਂ ਨੇ, ਹੈ ਨਾ। ਜਿਵੇਂ ਉੱਥੇ ਕੈਨੇਡੀਅਨ ਇਨ ਕਲਾਸ ਦੀਆਂ ਸੀਗੀਆਂ ਤਾਂ ਉਹ ਸੈਪਰੇਟਲੀ ਪ੍ਰੋਸੈਸ ਹੋਈਆਂ ਸੀ ਜੀ। ਜਿਹੜੀਆਂ ਉਹਨਾਂ ਦੀਆਂ TR to PR ਨਿਕਲਿਆ ਸੀ ਉਹਦੀਆਂ ਸੈਪਰੇਟ ਹੋਈਆਂ ਸੀਗੀਆਂ। ਤਾਂ ਉਹ ਇੰਟਰਨਲ ਪਾਲਿਸੀਜ਼ ਡਿਫਰੈਂਟ ਚੱਲਦੀਆਂ ਨੇ। ਤਾਂ ਇਹਦੇ ਲਈ ਆਲਮੋਸਟ ਸਾਰਾ ਕੁਝ ਸੇਮ ਰਹੇਗਾ, ਸਾਰਾ ਕੁਝ। ਤੇ ਤੁਸੀਂ ਵੀ ਇਹ ਚੀਜ਼ ਨੋਟ ਕਰ ਸਕਦੇ ਹੋ ਕਿ ਜੇ ਤੁਸੀਂ PR ਦੀ ਪਲੈਨਿੰਗ ਕਰ ਰਹੇ ਹੋ ਤੇ ਐਕਸਪ੍ਰੈਸ ਐਂਟਰੀ ਜਿਹੜੀ ਹੈ ਹੁਣ ਸਪ੍ਰਿੰਗ ਜਿਹੜਾ ਕਿ ਹੁਣ ਚੱਲ ਰਿਹਾ ਹੈ ਤੇ ਮੇਬੀ ਦਿਸ ਮੰਥ ਐਂਡ ਔਰ ਮਈ ਜੂਨ ਤੱਕ ਜਿਹੜੇ ਹੈ ਐਕਸਪ੍ਰੈਸ ਐਂਟਰੀ ਖੁੱਲ ਜਾਏਗੀ ਤੇ ਤੁਸੀਂ ਵੀ ਹੁਣ ਆਪਣੇ ਜਿਹੜੇ ਡਾਕੂਮੈਂਟਸ ਨੇ ਤੁਸੀਂ ਐਕਸਪ੍ਰੈਸ ਐਂਟਰੀ ਰਾਹੀਂ PR ਲਗਾਉਣ ਦੀ ਕੋਸ਼ਿਸ਼ ਕਰ ਰਹੇ ਸੀ ਜਾਂ ਸੋਚ ਰਹੇ ਸੀ ਤੇ ਤੁਸੀਂ ਵੀ ਆਪਣਾ ਪ੍ਰੋਸੀਜਰ ਹੁਣ ਸਟਾਰਟ ਕਰ ਸਕਦੇ ਹੋ ਕਿਉਂਕਿ ਜਲਦ ਹੀ ਜਿਹੜਾ ਹੈ ਤੁਹਾਨੂੰ ਇਹ ਅਪਡੇਟ ਆ ਸਕਦਾ ਹੈ ਕਿ ਐਕਸਪ੍ਰੈਸ ਐਂਟਰੀ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਖੋਲ ਦਿੱਤੀ ਜਾਏਗੀ। ਤੇ ਨਾਲ ਹੁਣ ਸਰ ਜੇ ਆਪਾਂ ਗੱਲ ਕਰੀਏ ਵਿਜ਼ਿਟਰ ਵੀਜ਼ਾ ਦੀ ਤੇ ਕਿੰਨੀ ਵਾਰ ਤਾਂ ਲੋਕੀ ਸੋਚਦੇ ਕਿ ਹੁਣ ਜੇ ਸਟੱਡੀ ਦੇ ਵੀ ਸਾਡਾ ਨਹੀਂ ਬਣ ਰਿਹਾ, PR ਤੇ ਨਹੀਂ ਬਣ ਰਿਹਾ, ਐਟਲੀਸਟ ਵਿਜ਼ਿਟਰ ਤੇ ਤਾਂ ਜਾਈਏ। ਤੇ ਇੱਕ ਮਤਲਬ ਵਿਜ਼ਿਟਰ ਦਾ ਜਾ ਸਕਦੇ ਆ ਉਹ ਈਜ਼ੀਲੀ ਵਿਜ਼ਿਟਰ ਤੇ ਉਹਦੇ 'ਚ ਤਾਂ ਕੋਈ ਦਿੱਕਤ ਨਹੀਂ ਆਈ ਮੈਮ। ਕੋਈ ਦਿੱਕਤ ਨਹੀਂ ਆ, ਬਟ ਸਾਡੀ ਨਾ ਥੋੜੀ ਜੀ ਆਈਡੀਓਲੋਜੀ ਉੱਦਾਂ ਦੀ ਹੋ ਗਈ ਹੈ ਕਿ ਜੇ ਆਹ ਨਹੀਂ ਹੁੰਦਾ ਤਾਂ ਆਹ ਕਰ ਲਓ। ਤਾਂ ਵਿਜ਼ਿਟਰ ਵੀਜ਼ਾ ਹਾਂ, ਤਾਂ ਉਹਨੂੰ ਇੱਦਾਂ ਦੀ ਆਪਸ਼ਨ ਨਾ ਬਣਾਓ ਕਿ ਤੁਸੀਂ ਵਿਜ਼ਿਟਰ ਵੀਜ਼ਾ ਚਲੋ ਇਹ ਨਹੀਂ ਹੋਇਆ ਤਾਂ ਹੁਣ ਅਸੀਂ ਵਿਜ਼ਿਟਰ ਵੀਜ਼ਾ ਕਰ ਲਈਏ। ਕਿਉਂਕਿ ਮੈਂ ਹਰ ਵਾਰ ਕਹਿੰਦਾ ਕਿ ਜੀ ਹਰ ਇੱਕ ਵੀਜ਼ਾ ਦੀ ਆਪਣੀ ਰਿਕੁਆਇਰਮੈਂਟ ਆ। ਸੋ ਕਿਸੇ ਇੱਕ ਚੀਜ਼ ਦੀ ਰਿਕੁਆਇਰਮੈਂਟ ਪੂਰੀ ਕਰਨ ਦੇ ਲਈ ਕਈ ਵਾਰੀ ਅਸੀਂ ਦੂਜੀ ਰਿਕੁਆਇਰਮੈਂਟ ਆਪਣੀ ਖਰਾਬ ਕਰ ਲੈਂਦੇ ਜਾਂ ਉਹਨੂੰ ਆਲਟਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਸਾਡੇ ਸਿਸਟਮ ਇੱਦਾਂ ਦਾ ਬਣਿਆ ਹੋਇਆ ਨਾ ਕਿ ਬਹੁਤ ਵਾਰੀ ਅਸੀਂ ਕੰਸਲਟੈਂਟ ਕੋਲ ਜਾਣੇ ਆ ਤਾਂ ਉਹਨੇ ਵਿਜ਼ਿਟਰ ਵੀਜ਼ਾ ਦੀ ਆਪਣੀ ਰਿਕੁਆਇਰਮੈਂਟ ਦੱਸ ਕੇ ਤੁਹਾਨੂੰ ਦੱਸ ਦਿੰਦੇ ਕਿ ਇੱਦਾਂ ਇੱਦਾਂ ਕਰ ਲਿਓ ਤੇ ਬਾਅਦ 'ਚ ਬਟ ਉਹ ਹੋਣਾ ਨਹੀਂ ਹੋਣਾ ਉਹ ਇੱਕ ਸੈਪਰੇਟ ਇਸ਼ੂ ਆ। ਬਟ ਜੇ ਉਹ ਨਹੀਂ ਹੋਇਆ ਤਾਂ ਉਸ ਤੋਂ ਬਾਅਦ ਦੀ ਜਿਹੜੇ ਚੇਂਜਸ ਤੁਸੀਂ ਕੀਤੇ ਐਪਲੀਕੇਸ਼ਨ ਉਹ ਚੇਂਜ ਨਹੀਂ ਹੋਣੇ ਕਦੇ। ਜੋ ਵੀ ਤੁਸੀਂ ਐਪਲੀਕੇਸ਼ਨ ਇੱਕ ਵਾਰੀ ਸਬਮਿਟ ਕਰਤੀ ਤਾਂ ਸਾਰੀ ਇਨਫੋਰਮੇਸ਼ਨ ਉੱਦਾਂ ਹੀ ਰਹਿਣੀ ਆ। ਸੋ ਵਿਜ਼ਿਟਰ ਵੀਜ਼ਾ ਲਗਾਉਣ ਦਾ ਯੈਸ ਸਹੀ ਟਾਈਮ ਆ। ਵਿਜ਼ਿਟਰ ਵੀਜ਼ਾ ਪ੍ਰੋਸੈਸ ਵੀ ਹੋ ਰਿਹਾ ਬਟ ਅਗੇਨ ਹਜੇ ਤੱਕ ਸਿਰਫ ਉਹੀ ਜ਼ਿਆਦਾ ਸਕਸੈਸਫੁਲ ਕੇਸ ਜਾ ਰਹੇ ਨੇ ਜਿੱਥੇ ਜਿਨ੍ਹਾਂ ਦਾ ਕੋਈ ਫੈਮਿਲੀ ਮੈਂਬਰ ਉੱਥੇ ਸਪੋਜ਼ ਕਿਸੇ ਦਾ ਬੇਟਾ ਬੇਟੀ ਜਾਂ ਕੋਈ ਉੱਥੇ ਪੜ੍ਹਦਾ ਸੀਗਾ ਉਹ ਕਹਿ ਰਿਹਾ, ਜਾਂ ਕੋਈ ਰਿਲੇਟਿਵ ਸੀ ਉਹ ਕਹਿ ਰਿਹਾ, ਜਾਂ ਕੋਈ ਮੈਡੀਕਲ ਐਮਰਜੈਂਸੀ ਤੇ ਨੀਡ ਹੈ, ਜਾਂ ਕੋਈ ਫੈਮਿਲੀ ਰੀਯੂਨੀਫਿਕੇਸ਼ਨ ਦਾ ਕੇਸ ਹੈ, ਜਾਂ ਫਿਰ ਕੋਈ ਮੈਰਿਜ ਕੋਈ ਇੱਦਾਂ ਫੰਕਸ਼ਨ ਈਵੈਂਟ ਦਾ ਸਾਨੂੰ ਕੁਛ ਨਾ ਕੁਛ ਚਾਹੀਦਾ। ਮਤਲਬ ਇੱਦਾਂ ਹੀ ਰੈਂਡਮਲੀ ਨਹੀਂ ਕਿ ਅਸੀਂ ਜਿਵੇਂ ਹੋਟਲ ਬੁੱਕ ਕੀਤਾ। ਇੱਥੇ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਕਿੰਨੀ ਵਾਰ ਲਈ ਹਾਲੇ ਤੱਕ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਕਿ ਵਿਜ਼ਿਟਰ ਵੀਜ਼ਾ ਤੇ ਕਿਉਂ ਜਾਇਦਾ ਹੁੰਦਾ ਹੈ ਕਿ ਲੋਕਾਂ ਨੂੰ ਹਾਲੇ ਤੱਕ ਇਹ ਕਲੈਰਿਟੀ ਨਹੀਂ ਹੈਗੀ ਕਿ ਵਿਜ਼ਿਟਰ ਵੀਜ਼ਾ ਤੇ ਕਿਉਂ ਜਾਇਦਾ। ਤਾਂ ਆਈ ਵੁੱਡ ਸੇ ਕਿ ਇੱਕ ਵਾਰ ਤੁਸੀਂ ਇਹ ਚੀਜ਼ ਵੀ ਕਲੈਰੀਫਾਈ ਕਰ। ਮੈਂ ਵਿਜ਼ਿਟਰ ਵੀਜ਼ਾ ਨਾਮ ਤੋਂ ਹੀ ਕਲੀਅਰ ਹੈ ਕਿ ਜੀ ਅਸੀਂ ਰਾਦਰ ਕਿਸੇ ਨੂੰ ਵਿਜ਼ਿਟ ਕਰਨ ਜਾ ਰਹੇ ਤੇ ਵਿਜ਼ਿਟ ਕਰਨ ਦਾ ਮਤਲਬ ਹੈ ਕਿ ਸ਼ਾਰਟ ਟਰਮ ਟੂਰਿਸਟ ਵੀਜ਼ਾ ਤੇ ਵਿਜ਼ਿਟਰ ਵੀਜ਼ਾ 'ਚ ਫਰਕ ਕੀ ਰਹੇਗਾ? ਮੈਮ ਉਹ ਇੱਕ ਟਰਮਸ ਹੈ ਉਹਨਾਂ ਵੱਲੋਂ। ਤਾਂ ਹੁਣ ਜੇ ਇਹਦਾ ਟਰਮਸ ਵਾਈਜ਼ ਜਾਓਗੇ ਤਾਂ ਉਹ ਇੱਕ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਹੈ ਨਾ, TR ਵੀ ਆ, ਜਿਹਦੇ ਵਿੱਚ ਉਹ ਕਹਿੰਦੇ ਕਿ ਤੁਸੀਂ ਟੈਂਪਰੇਰੀ ਸ਼ਾਰਟ ਟਰਮ ਲਈ ਆਉਣਾ। ਤਾਂ ਉਹਦੀ ਕਲਾਸੀਫਿਕੇਸ਼ਨ ਇੱਕ ਦੇ ਵਿੱਚ ਵਿਜ਼ਿਟਰ ਵੀਜ਼ਾ। ਤੇ ਜਿਵੇਂ ਹੁਣ ਕਈਆਂ ਦੇ ਜਿਹੜੇ ਬੱਚੇ PR ਨੇ ਉੱਥੇ ਉਹ ਆਪਣੇ ਪੇਰੈਂਟਸ ਨੂੰ ਬੁਲਾਉਂਦੇ ਨੇ ਤਾਂ ਉਹਨਾਂ ਦੀ ਇੱਕ ਕੰਟੀਨਿਊਸ 2 ਈਅਰ ਦੀ ਸਟੇ ਹੁੰਦੀ ਹੈ, ਉਹਨੂੰ ਅਸੀਂ ਸੁਪਰ ਵੀਜ਼ਾ ਕਹਿੰਦੇ ਹਾਂ ਕਿ ਉਹ 2 ਸਾਲ ਦਾ ਇੱਕ ਵਾਰ ਲਗਾਤਾਰ ਰਹਿੰਦੇ ਨੇ। ਜਿਹੜਾ ਵਿਜ਼ਿਟਰ ਵੀਜ਼ਾ ਉਹਦੇ ਵਿੱਚ ਅਸੀਂ ਜਿੰਨਾ ਤੁਹਾਡਾ ਪਾਸਪੋਰਟ ਹੁੰਦਾ ਕਈ ਵਾਰੀ ਆਫਿਸਰ ਓਨਾ ਸਾਈਨ ਕਰ ਦਿੰਦਾ ਕਿ ਸਾਰੇ ਪਾਸਪੋਰਟ ਜਿੰਨਾ ਪਿਆ ਤੁਹਾਡਾ ਵੈਲਿਡ ਓਨੇ ਸਾਲ ਦਾ, ਜਿਹਨੂੰ ਅਸੀਂ 10 ਈਅਰ ਮਲਟੀਪਲ ਕਹਿ ਦਿੰਦੇ ਹਾਂ। ਤਾਂ ਕਈ ਵਾਰ ਕੀ ਹੁੰਦਾ ਕਿ ਸਾਰਾ ਕੁਝ ਵੀ ਹੁੰਦਾ ਬਟ ਫਿਰ ਵੀ ਤੁਹਾਨੂੰ ਉਹ 1 ਸਾਲ ਲਈ 3 ਮਹੀਨੇ ਲਈ 4 ਮਹੀਨੇ ਲਈ ਇੱਦਾਂ ਅਲਾਓ ਕਰਦੇ ਨੇ। ਸੋ ਸਾਰਾ ਆਫਿਸਰ ਦੀ ਡਿਸਕ੍ਰਿਸ਼ਨ ਆ। ਬਟ ਹਾਂ ਅਸੀਂ ਜੇ ਜਾਣਾ ਤਾਂ ਅਸੀਂ 2 ਚੀਜ਼ਾਂ ਦਾ ਖਿਆਲ ਰੱਖਣਾ ਕਿ ਪਹਿਲਾਂ ਉਹਨਾਂ ਨੂੰ ਇਹ ਦੱਸਣਾ ਕਿ ਅਸੀਂ ਜਾਣਾ ਕਿਉਂ ਆ, ਦੂਸਰਾ ਉਹਨਾਂ ਨੂੰ ਇਹ ਪ੍ਰੂਵ ਕਰਨਾ ਕਿ ਅਸੀਂ ਵਾਪਸ ਕਿਉਂ ਆਉਣਾ। ਜਿਹਨੇ ਇਹ ਪ੍ਰੂਵ ਕਰ ਲਿਆ ਉਹਦਾ ਹੋ ਜਾਊਗਾ। ਤੇ ਵਿਜ਼ਿਟਰ ਵੀਜ਼ਾ ਦਾ ਐਗਜ਼ੈਕਟ ਕ੍ਰਾਈਟੇਰੀਆ ਕੀ ਹੁੰਦਾ ਹੈ ਕਿ ਕਿਹੜੇ ਉਹਦੇ ਕ੍ਰੈਡੈਂਸ਼ੀਅਲਸ ਹੁੰਦੇ ਨੇ ਜਿਹਦੇ ਤੇ ਜਾਣਾ ਚਾਹੀਦਾ? ਮੈਮ ਬਹੁਤ ਬੇਸਿਕ ਜਿਹੇ ਕ੍ਰੈਡੈਂਸ਼ੀਅਲ ਨੇ ਉਹਨਾਂ ਦੇ। ਉਹ ਕਹਿੰਦੇ ਕਿ ਤੁਸੀਂ ਪ੍ਰੂਵ ਕਰੋ ਤੁਸੀਂ ਉੱਥੇ ਕਿਹਦੇ ਕੋਲੇ ਜਾਣਾ, ਕੌਣ ਤੁਹਾਨੂੰ ਇਨਵਾਈਟ ਕਰ ਰਿਹਾ, ਜਾਂ ਤੁਸੀਂ ਰੈਂਡਮਲੀ ਕੁਝ ਚੀਜ਼ਾਂ ਕਰਨ ਜਾ ਰਹੇ ਹੋ। ਸਪੋਜ਼ ਜੇ ਮੈਂ ਕਹਿ ਲਾਂ ਕਿ ਕੋਈ ਪ੍ਰੈਸ ਰਿਪੋਰਟਰ ਆ ਜਾਂ ਕੋਈ ਨਿਊਜ਼ ਰੀਡਰ ਆ ਜਾਂ ਕੋਈ ਆਰਟਿਸਟ ਆ ਹੈ ਨਾ, ਅਤੇ ਉਹ ਕਹਿੰਦਾ ਕਿ ਜੀ ਮੈਂ ਕਿਸੇ ਚੀਜ਼ 'ਤੇ ਰਿਸਰਚ ਕਰ ਰਿਹਾ, ਜਾਂ ਕੋਈ PhD ਸਕਾਲਰ ਹੈ ਉਹ ਕਹਿੰਦਾ ਕਿ ਮੈਂ ਆਹ ਚੀਜ਼ ਉੱਥੇ ਜਾ ਕੇ ਕਰਨੀ ਚਾਹੁੰਦਾ ਹੈ ਨਾ, ਉਹਦਾ ਕ੍ਰਾਈਟੇਰੀਆ ਡਿਫਰੈਂਟ ਆ। ਕੋਈ ਪਰਸਨ ਜਿਹੜਾ ਸਾਡੇ ਕਾਮਨ ਹੈ ਕਿ ਜੇ ਅਸੀਂ ਉੱਥੇ ਬਰਥਡੇ 'ਤੇ ਜਾਣਾ, ਉੱਥੇ ਵਿਆਹ 'ਤੇ ਜਾਣਾ, ਅਤੇ ਉਹਨਾਂ ਨੂੰ ਪਤਾ ਹੈ ਵੀ ਐਡੀ ਦੂਰ ਬਰਥਡੇ 'ਤੇ ਨਹੀਂ ਆਉਣ ਲੱਗੇ ਹੈ ਨਾ। ਤਾਂ ਉਹਨਾਂ ਦਾ ਵੀ ਕਾਮਨ ਰੀਜ਼ਨ ਫਿਰ ਅਸੀਂ ਇਹ ਕਹਿੰਦੇ ਹਾਂ ਕਿ ਜੀ ਸਾਨੂੰ ਕਾਮਨ ਰੀਜ਼ਨ ਦੇ ਕੇ ਉਹਨਾਂ ਨੇ ਰਿਜੈਕਸ਼ਨ ਦਿੱਤੀ ਆ। ਅਪਲਾਈ ਕਰੋ ਬਟ ਡਾਕੂਮੈਂਟਲ ਪ੍ਰੂਫ ਸਾਡੇ ਕੋਲ ਸਾਰੇ ਹੋਣੇ ਚਾਹੀਦੇ ਕਿ ਤੁਹਾਡੇ ਇੱਥੇ ਇਨਕਮ ਸੋਰਸ ਕੀ ਆ। ਅਸੀਂ ਕਹਿ ਦਿੰਦੇ ਹਾਂ ਕਿ ਜੀ ਅਸੀਂ ਉੱਥੇ ਵਿਜ਼ਿਟ ਕਰਨਾ ਅਤੇ ਸਾਡੇ ਕੋਲ ਇੰਨੇ ਫਾਈਨੈਂਸ਼ੀਅਲਸ ਨੇ, ਬਟ ਅਸੀਂ ਕਦੇ ਨਹੀਂ ਪ੍ਰੂਵ ਕਰਦੇ ਕਿ ਉਹ ਫਾਈਨੈਂਸ਼ੀਅਲ ਦਾ ਸੋਰਸ ਕੀ ਆ। ਸਾਡੇ ਕੋਲ ITR ਨਹੀਂ ਹੁੰਦੀ ਜਾਂ ਸਾਡੇ ਕੋਲ ਜੋਬ ਨਹੀਂ ਹੁੰਦੀ ਹੈ ਨਾ। ਫਿਰ ਅਸੀਂ ਜੋਬ ਕ੍ਰੀਏਟ ਕਰਦੇ ਹਾਂ, ਜੋਬ ਬਣਾ ਦਿੰਦੇ ਹਾਂ। ਜੇ ਹੋ ਗਿਆ ਤਾਂ ਠੀਕ ਹੈ, ਜੇ ਨਹੀਂ ਹੋਇਆ ਤਾਂ ਉਹਦੀ ਕੰਪਲੀਕੇਸ਼ਨ ਇਹ ਆ ਕਿ ਵੀ ਫਿਰ ਉਹ ਤੁਸੀਂ ਉੱਦਾਂ ਹੀ ਰਹਿੰਦੇ ਹੋ ਕਿ ਉਹ ਫਿਰ ਹੁਣ ਤੁਸੀਂ ਬਾਅਦ 'ਚ ਚੇਂਜ ਨਹੀਂ ਕਦੇ ਕੋਈ ਹੋਰ ਐਪਲੀਕੇਸ਼ਨ ਕਰੋਗੇ ਤਾਂ ਉਹ ਜੋਬ ਤੁਹਾਨੂੰ ਦੱਸਣੀ ਹੀ ਪੈਣੀ ਆ। ਜੇ ਨਹੀਂ ਦੱਸੋਗੇ ਤਾਂ ਫਿਰ ਤੁਸੀਂ ਬੈਨ ਲਵਾਓਗੇ। ਤਾਂ ਹੁਣ ਇੱਦਾਂ ਹੀ ਮੈਂ ਪਹਿਲਾਂ ਵੀ ਸ਼ਾਇਦ ਕਦੇ ਤੁਹਾਨੂੰ ਦੱਸਿਆ ਸੀਗਾ ਕਿ ਜੀ ਅਸੀਂ ਨਾ ਉਹਦੇ ਵਿੱਚ ਪੈ ਜਾਂਦੇ ਹਾਂ ਕਿ ਜੀ ਹਾਂਜੀ ਸਾਨੂੰ ਲੱਗਣਾ ਚਾਹੀਦਾ, ਅਸੀਂ ਜਾ ਕੇ ਕਹਿਤਾ ਕਿ ਲੱਗਣਾ ਚਾਹੀਦਾ,
ਤਾਂ ਰੀਸੈਂਟ ਇੱਕ ਕੇਸ ਸੀਗਾ ਕਿ ਬੱਚੇ ਨੇ ਹਸਪੀਟੈਲਿਟੀ ਦੀ ਡਿਗਰੀ ਕੀਤੀ ਆ ਆਪਣੇ PCT ਤੋਂ, ਕਿਤੇ ਕੇਸ ਜਿੱਥੋਂ ਵੀ ਉਹਨੇ ਪੁੱਟ ਕੀਤਾ ਉਹ ਕੇਸ ਪੁੱਟ ਹੋ ਗਿਆ, ਬਟ ਉਹਨੂੰ ਨਹੀਂ ਪਤਾ ਸੀਗਾ ਕਿ ਉਹਦੀ ਉਹ ਡਿਗਰੀ ਚੇਂਜ ਕਰਕੇ ਉਹਦੀ BDS ਲਗਾਤੀ, ਉਹਨੂੰ ਡਾਕਟਰ ਬਣਾ ਦਿੱਤਾ ਗਿਆ। ਤੇ ਕਿਉਂਕਿ ਇਹ ਪ੍ਰੂਵ ਕਰਨਾ ਸੀ ਕਿ ਉੱਥੇ ਕੋਈ ਡੈਂਟਲ ਸਾਇੰਸ ਦੀ ਕਾਨਫਰੰਸ ਸੀ ਤੇ ਉਹ ਕਾਨਫਰੰਸ ਨੂੰ ਅਟੈਂਡ ਕਰਨਾ ਸੀ, ਮਤਲਬ ਰੀਜ਼ਨ ਇਹ ਬਣਾਇਆ ਗਿਆ ਸੀ ਏਜੰਟ ਵੱਲੋਂ, ਬਟ ਅਨਫੋਰਚੂਨੇਟਲੀ ਉਹ ਵੀਜ਼ਾ ਵੀ ਨਹੀਂ ਲੱਗਿਆ ਤੇ ਹੁਣ ਉਹ ਸਾਰੀ ਉਮਰ ਲਈ ਡੈਂਟਿਸਟ ਬਣ ਗਿਆ, ਜਿਹੜਾ ਕਿ ਉਹ ਹੈ ਨਹੀਂ ਤੇ ਉਹ ਚੇਂਜ ਵੀ ਨਹੀਂ ਕਰ ਸਕਦਾ। ਤਾਂ ਇਸ ਕੇਸ ਤੋਂ ਤੁਸੀਂ ਵੀ ਇਹ ਦੇਖ ਸਕਦੇ ਹੋ ਕਿ ਜੇ ਲੋਕੀ ਸੋਚਦੇ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਜਾਣਾ ਹੈ, ਪਰ ਉਸ ਚੀਜ਼ ਨੂੰ, ਉਸ ਰੀਜ਼ਨ ਨੂੰ ਸਪੈਸੀਫਾਈ ਕਰਨਾ ਬਹੁਤ ਜ਼ਰੂਰੀ ਹੈ। ਤੇ ਜੇ ਤੁਸੀਂ ਕਿਸੇ ਵੀ ਕ੍ਰਾਈਟੇਰੀਆ ਦੇ ਰਾਹੀਂ ਜਾ ਰਹੇ ਹੋ ਜਾਂ ਤੁਸੀਂ ਵੈਦਰ ਇਟਸ PR, ਸਟੱਡੀ ਵੀਜ਼ਾ ਹੈ ਜਾਂ ਵਿਜ਼ਿਟਰ ਵੀਜ਼ਾ, ਰੀਜ਼ਨ ਵੈਲਿਡ ਹੋਣਾ ਚਾਹੀਦਾ ਹੈ ਤੇ ਤੁਸੀਂ ਉਹਨਾਂ ਨੂੰ ਵੀ ਇਹ ਚੀਜ਼ ਸਪੈਸੀਫਾਈ ਕਰਨੀ ਹੈ ਤੇ ਨਾਲ ਆਪਣੇ ਡਾਕੂਮੈਂਟਸ, ਤੁਹਾਡੇ ਡਾਕੂਮੈਂਟਸ ਇਸ ਚੀਜ਼ ਨੂੰ ਸਪੈਸੀਫਾਈ ਕਰਨਗੇ ਕਿ ਤੁਸੀਂ ਕਿਉਂ ਉੱਥੇ ਜਾਣਾ ਹੈ ਤੇ ਕਿਉਂ ਵਾਪਸ ਆਣਾ ਹੈ ਇੱਥੇ। ਤੇ ਜੇ ਹੁਣ ਸਰ ਆਪਾਂ ਸਵਿਚ ਕਰੀਏ ਸਪਾਊਸਲ ਵੀਜ਼ਾ ਤੇ ਉਸ ਵਿੱਚ ਵੀ ਕਿੰਨੀ ਵਾਰ ਲੋਕਾਂ ਨੂੰ ਜਿਹੜੀ ਪ੍ਰੋਬਲਮਸ ਆਉਂਦੀਆਂ ਨੇ ਕਿ ਕੁਝ ਜਿਹੜੇ ਹੁੰਦੇ ਨੇ ਮੈਰਿਡ ਹੁੰਦੇ ਨੇ ਤੇ ਸਟੱਡੀ ਵੀਜ਼ਾ ਤੇ ਉਹ ਚਲੇ ਜਾਂਦੇ ਹੈ ਤੇ ਬਾਅਦ 'ਚ ਜਦ ਸਪਾਊਸ ਨੂੰ ਬੁਲਾਉਣਾ ਹੁੰਦਾ ਹੈ ਤੇ ਉਹਨਾਂ ਨੂੰ ਕਾਫੀ ਪ੍ਰੋਬਲਮਸ ਆਉਂਦੀਆਂ ਨੇ। ਇਹ ਕਿਉਂ ਆਉਂਦੀਆਂ? ਉਹਦੀਆਂ ਪ੍ਰੋਬਲਮਸ ਨਹੀਂ ਹੈਗੀਆਂ, ਉਹ ਸਾਡਾ ਮੈਂਟਲ ਪ੍ਰੈਸ਼ਰ ਹੈ। ਇੱਥੋਂ ਸਾਡੀ ਸੋਸਾਇਟੀ ਦਾ ਨਾ ਮੈਂਟਲ ਪ੍ਰੈਸ਼ਰ ਹੈ ਕਿ ਜੇ ਇੱਕ ਪਾਰਟਨਰ ਬਾਹਰ ਚਲਾ ਗਿਆ ਤੇ ਉਹਦਾ ਦੂਸਰਾ ਪਾਰਟਨਰ ਉਹਨੂੰ ਲੱਗਦਾ ਕਿ ਵੀ ਜੀ ਮੈਨੂੰ ਹੁਣ ਜਾਣਾ ਜਲਦੀ ਜ਼ਰੂਰੀ ਆ, ਹੈ ਨਾ, ਕਿ ਬਟ ਜਦ ਕਿ ਸਾਨੂੰ ਕੰਡੀਸ਼ਨਸ ਦੇ ਅਕੋਰਡਿੰਗ ਜੇ ਕੋਈ ਬੱਚਾ ਉੱਥੇ ਸਟੱਡੀ ਤੇ ਗਿਆ ਤਾਂ ਉਹਨੇ ਅਕੋਰਡਿੰਗ ਟੂ, ਵੈਸੇ ਤਾਂ ਉਹ ਨਾਲ ਵੀ ਅਪਲਾਈ ਕਰ ਸਕਦਾ, ਬਟ ਇਨ ਜਨਰਲ ਕੇਸ ਜਲ ਗੱਲ ਕਰਕੇ ਅਸੀਂ ਐਕਸਪਲੇਨ ਕਰਨਾ ਨਾ ਕਿ ਅਸੀਂ ਕਿਉਂ ਜਾਣਾ ਫਿਰ ਅਗੇਨ। ਤੇ ਅਸੀਂ ਬੱਚੇ ਨੇ ਪਹਿਲਾਂ ਰਿਕਮੈਂਡ ਕਰਦਾ ਮੈਂ ਕਿ ਜੀ ਉੱਥੇ ਪਹਿਲਾਂ ਇੱਕ ਸਮੈਸਟਰ ਪੂਰਾ ਕਰੇ ਆਪਣਾ, ਤਾਂ ਕਿ ਉਹ ਇਹ ਪ੍ਰੂਵ ਕਰ ਸਕੇ ਕਿ ਜਿਹੜਾ ਪਰਸਨ ਉੱਥੇ ਗਿਆ ਸਟੱਡੀ ਤੇ ਉਹ ਆਪਣਾ ਪਹਿਲਾਂ ਜਿਹੜੀ ਚੀਜ਼ ਲਈ ਉਹਨੂੰ ਵੀਜ਼ਾ ਦਿੱਤਾ ਗਿਆ ਉਹ ਆਪਣਾ ਪ੍ਰੋਪਰਲੀ ਇਨਵੋਲਵਡ ਆ ਉਹਦੇ 'ਚ, ਉਹ ਸਟੱਡੀ 'ਚ ਇਨਵੋਲਵਡ ਆ। ਤੇ ਜਿਹੜਾ ਪਰਸਨ ਇੱਥੇ ਹੈ ਤੇ ਉਹਦੇ ਜੋ ਹੈ ਰਿਲੇਸ਼ਨਸ਼ਿਪ ਡਾਕੂਮੈਂਟਸ ਲੱਗਦੇ ਨੇ ਜੀ, ਉਹ ਇੱਥੇ ਕੀ ਕੰਮ ਕਰਦਾ, ਉਹਦੇ ਫਾਈਨੈਂਸ਼ੀਅਲਸ ਕੀ ਕਹਿੰਦੇ ਆ, ਹੈ ਨਾ, ਉਹਦੇ ਫਾਈਨੈਂਸ਼ੀਅਲ ਸਿਚੁਏਸ਼ਨ ਕੀ ਹੈ, ਤਾਂ ਬਹੁਤ ਸਾਰੀਆਂ ਚੀਜ਼ਾਂ ਉਹ ਮੈਟਰ ਕਰਦੀਆਂ ਨੇ। ਤਾਂ ਸਭ ਤੋਂ ਵੱਡੀ ਪ੍ਰੋਬਲਮ ਸਾਨੂੰ ਆਉਂਦੀ ਹੈ ਇੱਥੇ ਰਿਲੇਸ਼ਨਸ਼ਿਪ ਨੂੰ ਜੈਨੂਇਨ ਪ੍ਰੂਵ ਕਰਨ 'ਚ। ਹੁਣ ਦੇਖੋ ਇੱਥੇ ਬੱਚੇ ਦੇ ਆਇਲਸ ਸਕੋਰ ਆਏ, ਬੱਚੇ ਦੀ ਸਟੱਡੀ ਵੀਜ਼ਾ ਦੀ ਫਾਈਲ ਲੱਗੀ ਕੁੜੀ ਦੀ, ਉਦੋਂ ਵਿਆਹ ਹੋਇਆ ਤਾਂ ਉਹ ਐਬਸੋਲੂਟਲੀ ਕੁਐਸਚਨ ਮਾਰਕ 'ਚ ਸੀ, ਰਾਈਟ। ਉਸ ਤੋਂ ਬਾਅਦ ਮੈਰਿਜ ਰਜਿਸਟਰ ਹੋਈ ਕਿ ਨਹੀਂ ਹੋਈ, ਜੇ ਹੋਈ ਸੀ ਤਾਂ ਕਦੋਂ ਹੋਈ, ਜੇ ਨਹੀਂ ਹੋਈ ਸੀ ਤਾਂ ਕਦੋਂ ਹੋਈ, ਕਿਉਂਕਿ ਬਹੁਤ ਕਲੀਅਰ ਪਿਕਚਰਸ ਨੇ ਉਹਨਾਂ ਨੂੰ, ਕਿਉਂਕਿ ਉਹਨਾਂ ਨੂੰ ਸਾਰੀ ਸੁਸਾਇਟੀ ਦਾ ਪਤਾ, ਹਰ ਇੱਕ ਚੀਜ਼ ਦੀ ਸਟੱਡੀ ਆ ਉਹਨਾਂ। ਹੁਣ ਇੰਨੇ ਕੇਸ ਹੋ ਚੁੱਕੇ ਨੇ ਤੇ ਉਸ ਕਰਕੇ ਹੁਣ ਉਹ ਵੀ ਥੋੜੇ ਜ਼ਿਆਦਾ ਅਵੇਅਰ ਹੋ ਗਏ ਨੇ ਇਸ ਚੀਜ਼ ਨੂੰ ਲੈ ਕੇ। ਅਸੀਂ ਰੈੱਡ ਅਲਰਟ ਤੇ ਆਲਰੇਡੀ, ਅਸੀਂ ਹਮੇਸ਼ਾ ਰੈੱਡ ਅਲਰਟ ਤੇ ਰਹਿੰਦੇ ਹਾਂ ਕਿ ਜੀ, ਕਿਉਂਕਿ ਅਸੀਂ ਇੱਕ ਚੀਜ਼ ਨੂੰ ਉਹਨਾਂ ਕੁ ਫੇਮਸ ਕਰ ਦਿੰਦੇ ਹਾਂ। ਸੋ ਬੇਸਿਕਲੀ ਕੀ ਹੈ ਕਿ ਉਹਦੇ ਵਿੱਚ ਜੇ ਇਨ ਜਨਰਲ ਇੱਕ ਐਪਲੀਕੈਂਟ ਦੇ ਪ੍ਰੋਸਪੈਕਟ ਤੋਂ ਦੇਖੀਏ ਤਾਂ ਅਸੀਂ ਪ੍ਰੂਵ ਕਰਨਾ ਕਿ ਅਸੀਂ ਮੈਰਿਡ ਆ, ਅਸੀਂ ਪ੍ਰੂਵ ਕਰਨਾ ਕਿ ਜਿਹੜਾ ਪਾਰਟਨਰ ਉੱਥੇ ਉਹ ਆਪਣੀ ਜਿਸ ਪਰਪਸ ਲਈ ਗਿਆ ਉੱਥੇ ਉਹਦੇ 'ਚ ਫੁੱਲੀ ਇਨਵੋਲਵਡ ਆ। ਹੁਣ ਜਿਵੇਂ ਕਾਮਨ ਜੀ ਐਗਜ਼ਾਮਪਲ ਹੈ ਕਿ ਜੀ ਸਪੋਜ਼ ਪਹਿਲਾ ਸਮੈਸਟਰ ਪੂਰਾ ਹੋ ਗਿਆ ਤੇ ਉਸ ਤੋਂ ਬਾਅਦ ਉੱਥੇ ਬਹੁਤ ਕਾਮਨ ਹੈ ਕਿ ਜੀ ਅਸੀਂ ਜਿਹੜਾ ਹੈਗਾ ਆਫ ਲੈ ਲੈਂਦੇ ਹਾਂ ਕਾਲਜ ਤੋਂ, ਅਨਅਫੀਸ਼ੀਅਲ ਡ੍ਰੌਪ ਲੈ ਲੈਂਦੇ ਹਾਂ ਕਿ ਕਈ ਵਾਰੀ ਉਹ ਫੀਸ ਪੂਰੀ ਕਰਨੀ ਹੁੰਦੀ ਹੈ ਜਾਂ ਕੁਝ ਵੀ ਹੈ ਨਾ, ਤਾਂ ਉੱਥੇ ਅਸੀਂ ਫੁੱਲ ਟਾਈਮ ਜੌਬ ਲਈ ਐਪਲੀਕੇਬਲ ਹੁੰਦੇ ਹਾਂ। ਤਾਂ ਹੁਣ ਗਲਤੀ ਕੀ ਹੁੰਦੀ ਆ ਕਿ ਜੀ ਉੱਧਰੋਂ ਤੁਸੀਂ ਅਫੀਸ਼ੀਅਲ ਡ੍ਰੌਪ ਲੈ ਲਿਆ, ਇੱਕ ਸਮੈਸਟਰ ਪੂਰਾ ਹੋਇਆ, ਉੱਧਰੋਂ ਤੁਸੀਂ ਸਪਾਊਸਲ ਦੀ ਫਾਈਲ ਲਗਾਈ, ਬਟ ਉਹ ਕਿਤੇ ਨਾ ਕਿਤੇ ਬੱਚੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਜੇ ਤੁਸੀਂ ਇੱਦਾਂ ਕਰ ਰਹੇ ਹੋ ਤਾਂ ਦੈਟ ਮੀਨਸ ਕਿ ਬੱਚਾ ਸਟੱਡੀ ਨਹੀਂ ਕਰ ਰਿਹਾ, ਉਹ ਫੁੱਲ ਟਾਈਮ ਜੌਬ ਕਰ ਸਕਦਾ ਨਾ। ਤੇ ਜੇ ਫੁੱਲ ਟਾਈਮ ਜੌਬ ਕਰ ਸਕਦਾ ਤਾਂ ਉਹਨੂੰ ਨੌਕ B ਲੈਵਲ ਦੀ ਜੌਬ ਦਿਖਾਉਣੀ ਹੁੰਦੀ ਹੈ ਕਿ ਜੀ ਮੈਂ ਨੌਕ B ਲੈਵਲ ਦੀ ਜੌਬ ਕਰਦਾ ਇੱਥੇ, ਦੈਨ ਬਾਕੀ ਜੋ ਰੈਸਟ ਡਾਕੂਮੈਂਟ ਸੀ ਉਹ ਉੱਦਾਂ ਹੀ ਰਹਿੰਦੇ ਨੇ। ਇੱਦਾਂ ਦੇ ਕ੍ਰਾਈਟੇਰੀਆ ਬਹੁਤ ਮਿਸਮੈਚ ਕਰਦੇ ਹਾਂ ਅਸੀਂ, ਮਿਸਮੈਚ ਹੋ ਜਾਂਦੇ ਨੇ ਸਾਡੇ ਤੋਂ, ਤੇ ਉਹਦੇ ਕਰਕੇ ਬਹੁਤ ਕੰਪਲੀਕੇਸ਼ਨ ਹੁੰਦੀ ਹੈ। ਤੇ ਜਦੋਂ ਕੰਪਲੀਕੇਸ਼ਨ ਹੁੰਦੀ ਹੈ ਉਨਾ ਹੀ ਡਿਲੇ ਹੁੰਦਾ ਉਹ। ਹੁਣ ਇਹਨਾਂ ਕੇਸਾਂ ਦੇ ਵਿੱਚ ਵੀ ਇਹੀ ਹੈ ਕਿ ਜਿਹੜੇ 2020 ਵਾਲੇ ਫਸੇ ਹੋਏ ਕੇਸ ਆ ਨਾ, ਤਾਂ ਉਹਨਾਂ 'ਚ ਇਹੀ ਹੋ ਰਿਹਾ ਕਿ ਜਿਹੜਾ ਅਪਡੇਟ ਆ ਰਿਹਾ ਉਹ ਹੁਣ ਕਰੰਟ ਸਿਚੁਏਸ਼ਨ 'ਤੇ ਆ ਰਿਹਾ ਕਿ ਕਰੰਟਲੀ ਸਟੇਟਸ ਕੀ ਹੈ। ਬੱਚਾ ਜਦੋਂ ਗਿਆ ਸੀ ਉਦੋਂ ਸਟੱਡੀ 'ਤੇ ਸੀ, ਦੈਟ ਮੀਨਸ ਕਿ ਅਸੀਂ ਅਪਡੇਟ ਨਹੀਂ ਕੀਤਾ ਕਿ ਸਾਡੀ ਸਟੱਡੀ ਖਤਮ ਹੋ ਗਈ ਆ। ਜੇ ਸਟੱਡੀ ਖਤਮ ਹੋ ਗਈ ਹੈ ਤਾਂ ਉਸ ਤੋਂ ਬਾਅਦ ਕੰਡੀਸ਼ਨ ਚੇਂਜ ਹੋ ਗਈ ਕਿ ਬੱਚਾ ਵਰਕ ਪਰਮਿਟ ਤੇ ਗਿਆ, ਐਪਲੀਕੈਂਟ ਦਾ ਜਿਹੜਾ ਸਪਾਊਸ ਸੀ ਉਹ ਵਰਕ ਪਰਮਿਟ ਤੇ ਗਿਆ, ਤੇ ਜੇ ਵਰਕ ਪਰਮਿਟ ਤੇ ਗਿਆ ਤੇ ਜੇ ਉਹਨੇ ਆਪਣੇ ਸਪਾਊਸ ਨੂੰ ਸਪਾਂਸਰ ਕਰਨਾ ਤਾਂ ਉਹਦੇ ਕੋਲੇ ਨੌਕ B ਲੈਵਲ ਦੀ ਜੌਬ ਹੋਣੀ ਜ਼ਰੂਰੀ ਆ, ਉਹਦੇ 4 ਪੇ ਸਟਾਪ ਹੋਣੇ ਜ਼ਰੂਰੀ ਆ। ਇੱਦਾਂ ਦੇ ਡਾਕੂਮੈਂਟ ਰਿਕੁਐਸਟ ਆ ਰਹੀ ਹੈ ਜਿਨ੍ਹਾਂ ਦੇ ਹੁਣ ਪੈਂਡਿੰਗ ਪ੍ਰੋਸੈਸ ਹੋ ਰਹੇ ਨੇ, ਸਾਰੀ ਡਾਕੂਮੈਂਟ ਰਿਕੁਐਸਟ ਆ ਰਹੀ ਹੈ ਉਹਨਾਂ ਨੂੰ ਸਾਰਿਆਂ ਨੂੰ। ਤੇ ਜਿਹੜਾ ਹੁਣ ਸਪਾਊਸ ਵੀਜ਼ਾ ਵੀ ਹੈ ਇਹਦਾ ਵੀ ਜਿਹੜਾ ਹੈ ਓਪਨ ਹੋ ਚੁੱਕਿਆ ਹੈ ਕਿ ਇਸ ਵਿੱਚ ਇਹਦੀ ਫਾਈਲਸ ਵੀ ਹੁਣ ਜਲਦ ਤੋਂ ਜਲਦ ਲੱਗ ਰਹੀਆਂ ਨੇ। ਵੈਰੀ ਕਲੀਅਰ ਕਿ ਕੁਝ ਵੀ ਬੰਦ ਨਹੀਂ ਕੀਤਾ ਸੀ ਉਹਨਾਂ ਨੇ, ਟੈਂਪਰੇਰੀਲੀ ਪੌਜ਼ ਸੀਗਾ 2020 'ਚ। ਕੋਵਿਡ 'ਚ ਥੋੜ੍ਹਾ ਟਾਈਮ ਬਿਲਕੁਲ ਬੰਦ ਮਤਲਬ ਰਿਹਾ ਕਿ ਪ੍ਰੋਸੈਸਿੰਗ ਨਹੀਂ ਹੋਈ ਜਾਂ ਜ਼ੀਰੋ ਵਾਂਗੂ ਹੋਈ ਜਾਂ ਘੱਟ, ਉਹਨਾਂ ਦੇ ਅਕੋਰਡਿੰਗ ਘੱਟ ਹੋਈ, ਬਟ ਹਾਂ ਹੁਣ ਉਹ ਰੈਗੂਲਰਲੀ ਔਨ ਟਰੈਕ ਆ। ਸੋ ਮੇਰੇ ਖਿਆਲ 'ਚ ਬਾਏ ਦਿਸ ਈਅਰ ਐਂਡ
ਬੈਕਅਪ ਤੋਂ ਉਹ ਜਿਹੜਾ ਬੈਕਲੌਗ ਆ ਉਹ ਤੋਂ ਬਾਹਰ ਨਿਕਲੇ ਆਉਣਗੇ। ਉਹ ਤੋਂ ਬਾਅਦ ਸਾਰਾ ਨਾਰਮਲ ਪ੍ਰੋਸੈਸਿੰਗ ਟਾਈਮ ਹੋਊਗਾ, ਸਾਰਾ ਕੁਝ ਬੈਕ ਟੂ ਨਾਰਮਲ ਹੋਊਗਾ ਹੌਲੀ ਹੌਲੀ ਕਰਕੇ। ਬਟ ਤੇ ਹੋਰ ਤੁਹਾਨੂੰ ਲੋਕਾਂ ਦੀ ਲਾਈਕ ਕੁਐਰੀਜ਼ ਕਿੱਦਾਂ ਦੀਆਂ ਦੇਖਣ ਨੂੰ ਮਿਲਦੀਆਂ ਸਰ ਰਿਗਾਰਡਿੰਗ ਦਿਸ ਸਪਾਊਸਲ ਵੀਜ਼ਾ? ਸਪਾਊਸਲ ਵੀਜ਼ਾ 'ਤੇ ਤਾਂ ਮੋਸਟ ਕਾਮਨ ਇਹੀ ਹੁੰਦਾ ਕਿ ਜੀ ਅਸੀਂ ਡਾਕੂਮੈਂਟ ਕਿਹੜੇ ਲਾਈਏ। ਤਾਂ ਮੇਰਾ ਆਨਸਰ ਇੱਕੋ ਹੀ ਹੁੰਦਾ ਕਿ ਜੋ ਤੁਹਾਡੇ ਕੋਲ ਐਕਚੁਅਲ ਹੈ ਉਹੀ ਲਾਓ, ਕਿਉਂਕਿ ਸਾਡੇ ਨਾ ਤੁਸੀਂ ਜੇ ਕਾਮਨ ਪੁਰਾਣੀਆਂ ਰਿਜੈਕਸ਼ਨ ਫਾਈਲਾਂ ਚੱਕ ਕੇ ਦੇਖੀਏ ਨਾ ਅਸੀਂ, ਤੇ ਉਹਨਾਂ 'ਚ ਸਾਰਾ ਮਤਲਬ ਜਿੰਨੇ ਸਪਾਊਸਲ ਵਾਲੇ ਕਿਸੇ ਅੱਧੇ ਤੋਂ ਵੱਧ ਤਾਂ ਡੇਅਰੀ ਫਾਰਮਿੰਗ ਕਰਦੇ ਆ। ਐਕਚੁਅਲੀ ਕਰਦੇ ਕੁਛ ਨਹੀਂ, ਉਹ ਏਜੰਟ ਨੇ ਦੱਸਿਆ ਕਿ ਜੀ ਨਹੀਂ ਤੁਸੀਂ ਨਾਲ ਡੇਅਰੀ ਫਾਰਮਿੰਗ ਦਾ ਲਾਓ, ਤੁਹਾਡੀ ਇਨਕਮ ਘੱਟ ਆ। ਤੇ ਹੁਣ ਉਹ ਬਹੁਤ ਕਾਮਨ ਬਣ ਜਾਂਦਾ ਕਿ ਉਹਨਾਂ ਨੂੰ ਲੱਗਦਾ ਕਿ ਫਿਰ ਜਿਹੜੇ ਆਫੀਸਰ ਬੈਠੇ ਨੇ ਕਿ ਅੱਧਾ ਪੰਜਾਬ ਡੇਅਰੀ ਫਾਰਮਿੰਗ ਮਤਲਬ ਇਹਨਾਂ ਨੂੰ ਗਾਈਡ ਕੀਤਾ ਜਾਂਦਾ ਕਿ ਤੁਸੀਂ ਡੇਅਰੀ ਫਾਰਮਿੰਗ ਦਾ ਆਪਣਾ ਲਾ ਦਿਓ ਨਾਲ ਹੀ, ਡੇਅਰੀ ਫਾਰਮਿੰਗ ਬਣਾ ਲਈ ਜੀ ਤੁਸੀਂ ਆਪਣੀ ਕੋਈ ਜੌਬ ਦਿਖਾ ਲਈ ਹੈ ਨਾ, ਜਿੱਥੇ ਕਿਤੇ ਕਰਦੇ ਨਹੀਂ ਅਸੀਂ ਮਤਲਬ ਫੇਕ ਡਾਕੂਮੈਂਟ ਦੀ ਗੱਲ ਕਰਦੇ ਜਾਂ ਬੋਗਸ ਡਾਕੂਮੈਂਟ ਦੀ ਗੱਲ ਕਰਦੇ ਕਿ ਇਦਾਂ ਦੇ ਕ੍ਰੀਏਟ ਕੀਤੇ ਜਾਂਦੇ ਆ। ਸੋ ਕ੍ਰੀਏਟ ਤੇ ਮੈਨੂਪੂਲੇਟ ਕਰਨਾ ਮਤਲਬ ਜੇ ਅਸੀਂ ਬੰਦ ਕਰੀਏ ਨਾ ਤਾਂ ਜੈਨੂਨ ਵੀ ਫਾਈਲ ਲਗਾਓਗੇ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਤੁਸੀਂ ਰਿਕੁਆਇਰਮੈਂਟ ਪੂਰੀ ਕਰੋ ਨਾ। ਤੇ ਜੇ ਰਿਕੁਆਇਰਮੈਂਟ ਪੂਰੀ ਆ ਤਾਂ ਤੁਹਾਨੂੰ ਕੋਈ ਟੈਨਸ਼ਨ ਹੋਣੀ ਹੈ ਨਾ ਵੀਜ਼ਾ ਆਫੀਸਰ ਨੂੰ ਕੋਈ ਪ੍ਰੋਬਲਮ ਆ ਤੁਹਾਡੇ ਤੋਂ, ਕਿਉਂਕਿ ਤੁਸੀਂ ਅਕੋਰਡਿੰਗ ਟੂ ਗਾਈਡਲਾਈਨ, ਕਿਉਂਕਿ ਵੀਜ਼ਾ ਆਫੀਸਰ ਨੇ ਡਿਸੀਜਨ ਅਕੋਰਡਿੰਗ ਟੂ IRPA ਦੇਣਾ ਹੈ ਨਾ, ਜਿਹੜਾ ਉਹਨਾਂ ਦਾ ਐਕਟ ਆ। ਉਹ ਐਕਟ ਤੋਂ ਬਾਹਰ ਨਿਕਲ ਕੇ ਕੋਈ ਵੀ ਡਿਸੀਜਨ ਨਹੀਂ ਦੇਊਗਾ। ਤੇ ਜੋ ਉਹਨਾਂ ਨੂੰ ਉਹਨਾਂ ਦਾ ਐਕਟ ਕਹਿੰਦਾ, ਜੋ ਉਹਨਾਂ ਦਾ ਪ੍ਰੋਸੈਸਿੰਗ ਮੈਨੂਅਲ ਕਹਿੰਦਾ, ਉਹਨਾਂ ਨੇ ਤਾਂ ਉਹਦੇ ਅਕੋਰਡਿੰਗ ਪ੍ਰੋਸੈਸ ਕਰਨਾ। ਬਟ ਹਾਂ ਇੱਕ ਡਾਕੂਮੈਂਟ ਜਿਹੜਾ ਕੰਮ ਤੁਸੀਂ ਰੋਜ਼ ਕਰਦੇ ਹੋ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਜੈਨੂਨ ਹੈ, ਇਹ ਬੰਦਾ ਜੈਨੂਨ ਨਹੀਂ ਹੈ, ਜਾਂ ਡਾਕੂਮੈਂਟ ਦੇਖ ਕੇ ਪਤਾ ਲੱਗ ਜਾਂਦਾ ਕਿ ਇਹ ਜੈਨੂਨ ਹੈ ਜਾਂ ਨਹੀਂ, ਰਾਈਟ। ਤਾਂ ਹਰ ਇੱਕ ਚੀਜ਼ ਵੈਰੀਫਾਈਏਬਲ ਆ, ਤੁਸੀਂ ITR ਲਗਾਈਏ ਉਹ ਵੈਰੀਫਾਈ ਹੋ ਸਕਦੀ, ਈਵਨ ਲੋਕੀ ਉਹਦੇ 'ਚ ਵੀ ਡਾਕੂਮੈਂਟ ਐਡਿਟ ਕਰਕੇ ਲਗਾਉਂਦੇ ਨੇ। ਬਟ ਹਾਂ ਸਾਡੇ ਪ੍ਰੋਬਲਮ ਇਹ ਹੈ ਕਿ ਜਿਹੜਾ ਹੋ ਗਿਆ ਉਹਦੀ ਕੋਈ ਪੁੱਛ ਗਿੱਛ ਨਹੀਂ, ਜਿਹੜਾ ਨਹੀਂ ਹੋਇਆ ਸਾਨੂੰ ਉੱਥੇ ਪ੍ਰੋਬਲਮ ਹੁੰਦੀ ਆ। ਜੇ ਤਾਂ ਸਾਡਾ ਹੋ ਗਿਆ ਸਾਨੂੰ ਕਦੇ ਕੋਈ ਪ੍ਰੋਬਲਮ ਨਹੀਂ ਹੁੰਦੀ ਕਿ ਜੀ ਏਜੰਟ ਮਾੜਾ ਜਾਂ ਚੰਗਾ, ਜੇ ਉਹਨੇ ਕਰਤਾ ਤਾਂ ਗੁੱਡ ਆ, ਜੇ ਨਹੀਂ ਹੋਇਆ ਤਾਂ ਫਿਰ ਸਾਰਾ ਕਸੂਰ ਉਹਦਾ। ਮਤਲਬ ਆਪਣੀ ਗਲਤੀ ਨਹੀਂ ਦੇਖਣੀ, ਆਪਣੇ ਡਾਕੂਮੈਂਟਸ ਨਹੀਂ ਦੇਖਣੇ, ਏਜੰਟ ਦੀ ਗਲਤੀ। ਹਾਂਜੀ ਇਹ ਮਤਲਬ ਇਹ ਮੰਨਿਆ ਜਾਂਦਾ ਯਾ ਏਜੰਟ ਤੇ ਪਾਉਂਦੇ ਨੇ। ਬਾਕੀ ਨਾਰਮਲ ਕੁਐਸਚਨ ਹੁਣ ਤਾਂ ਸਭ ਦਾ ਇਹੀ ਹੁੰਦਾ ਕਿ ਜੀ ਆਹ ਚੀਜ਼ ਖੁੱਲ੍ਹ ਗਈ ਤਾਂ ਮੇਰਾ ਇਹ ਹੈ ਜੀ ਬੰਦ ਕਦੇ ਵੀ ਨਹੀਂ ਹੋਈ ਸੀ। ਤਾਂ ਮੋਸਟ ਕਾਮਨ ਮਿਥ ਹੈਗਾ ਜੀ ਐਕਸਪ੍ਰੈਸ ਐਂਟਰੀ ਤਾਂ ਬੰਦ ਹੋ ਗਈ, ਤਾਂ ਬਹੁਤ ਏਜੰਟ ਇਹ ਵੀ ਕਰ ਰਹੇ ਆ ਕਿ ਜੀ ਐਕਸਪ੍ਰੈਸ ਐਂਟਰੀ ਬੰਦ ਹੋਈ ਆ, ਤੁਸੀਂ ਇਹ ਛੱਡੋ, ਤੁਸੀਂ ਸਟੱਡੀ ਵੀਜ਼ਾ ਲਾਓ। ਬਟ ਜੇ ਐਕਸਪ੍ਰੈਸ ਐਂਟਰੀ ਅਗੇਨ ਫਿਰ ਉਹੀ ਹੈ ਕਿ ਇੱਕ ਫਾਈਲਿੰਗ ਸਿਸਟਮ ਹੈ, ਉਹ ਤਾਂ ਬੰਦ ਹੋ ਹੀ ਨਹੀਂ ਸਕਦਾ, ਉਹ ਤਾਂ ਪਹਿਲਾਂ ਹੀ ਚੱਲ ਰਿਹਾ। ਬਟ ਉਹੀ ਹੈ ਸਰ ਜਿਹੜੇ ਹੁਣ ਸਟੱਡੀ ਮਤਲਬ ਐਕਸਪ੍ਰੈਸ ਐਂਟਰੀ ਛੱਡ ਕੇ ਸਟੱਡੀ ਤੇ ਜਾਂਦੇ ਆ ਤੇ ਉਹਨਾਂ ਨੂੰ ਤਾਂ ਉੱਥੇ ਜਾ ਕੇ ਲਾਈਕ ਸਾਰਾ ਸ਼ੁਰੂ ਤੋਂ ਸ਼ੁਰੂ ਕਰਨਾ ਪੈਂਦਾ ਹੈ। ਮੈਮ ਅਗੇਨ ਉਹੀ ਗੱਲ ਆ ਗਈ ਨਾ ਕਿ ਜਿਹੜਾ ਤੁਸੀਂ ਮਾਸਟਰ ਡਿਗਰੀ ਕੀਤੀ ਹੈ ਸਪੋਜ਼ ਹੈ ਨਾ, ਤੁਸੀਂ ਮਾਸਟਰ ਡਿਗਰੀ ਕੀਤੀ ਹੈ, ਹੁਣ ਤੁਹਾਨੂੰ ਏਜੰਟ ਕਹਿੰਦਾ ਕਿ ਨਹੀਂ ਤੁਸੀਂ ਮਾਸਟਰ ਨੂੰ ਦੱਸੋ, ਤੁਸੀਂ ਐਂ ਕਰੋ ਬੈਚਲਰ ਦਿਖਾ ਕੇ ਤੇ ਤੁਸੀਂ ਆਪਣੀ ਲੈ ਲਓ ਡਿਗਰੀ, ਉੱਥੇ ਕੋਈ PG ਪ੍ਰੋਗਰਾਮ ਲੈ ਲਓ। ਹੁਣ ਇੱਕ ਮਾਈਂਡ ਸੈਟ ਦਾ ਫਰਕ ਹੁੰਦਾ ਹੈ ਨਾ, ਤੁਸੀਂ ਇੱਥੇ ਆਲਰੇਡੀ ਜੌਬ ਕਰਦੇ ਹੋ, ਉਹ ਅਸੀਂ ਕੋਈ ਡਾਕੂਮੈਂਟ ਹਾਈਡ ਕੀਤਾ ਜਾਂ ਅਕੋਰਡਿੰਗ ਟੂ ਏਜੰਟ ਅਸੀਂ ਕੁਝ ਮੈਨੂਪੂਲੇਟ ਕਰ ਲਿਆ ਹੈ ਨਾ, ਠੀਕ ਆ ਉਦੋਂ ਸਾਨੂੰ ਚੰਗਾ ਲੱਗਦਾ। ਬਟ ਜਦੋਂ ਤੁਸੀਂ ਉੱਥੇ ਜਾ ਕੇ ਗਰਾਊਂਡ ਰਿਐਲਿਟੀ 'ਤੇ ਕੰਮ ਕਰਦੇ ਹੋ, ਤੁਹਾਨੂੰ ਫਿਰ ਜਦੋਂ ਫੇਸ ਹੁੰਦੇ ਨੇ ਚੈਲੰਜਸ, ਫਿਰ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਉਹ ਮੈਨੂੰ ਬੰਦ ਨਹੀਂ ਕਰਨਾ ਚਾਹੀਦਾ ਸੀ ਨਾ, ਕਿਉਂਕਿ ਨਾ ਤਾਂ ਤੁਸੀਂ ਫਿਰ ਉਹ ਬੈਕਡੇਟ, ਨਾ ਤਾਂ ਜਿਹੜਾ ਤੁਸੀਂ ਇੱਥੇ ਐਕਸਪੀਰੀਅੰਸ ਕੀਤਾ ਤੁਸੀਂ ਉਹ ਕਲੇਮ ਕਰ ਸਕਦੇ ਹੋ, ਨਾ ਤੁਸੀਂ ਆਪਣੀ ਐਜੂਕੇਸ਼ਨ ਕਰ ਸਕਦੇ ਹੋ। ਔਰ ਉਹਨਾਂ ਚੀਜ਼ਾਂ ਦੇ ਹੀ ਮੈਕਸਿਮਮ ਪੁਆਇੰਟ ਨੇ ਰਾਦਰ ਦੈਨ ਜੇ ਅਸੀਂ ਇੱਥੇ ਬੈਠੇ ਵੇਟ ਕਰ ਲਈਏ ਨਾ ਕਿਸੇ ਚੀਜ਼ ਲਈ, ਸਾਨੂੰ ਪਤਾ ਕਿ ਅੱਜ ਅਸੀਂ ਐਲੀਜੀਬਲ ਨਹੀਂ ਬਟ ਆਉਣ ਵਾਲੇ 3 ਮਹੀਨੇ 'ਚ ਅਸੀਂ ਐਲੀਜੀਬਲ ਹੋ ਸਕਦੇ ਹਾਂ, ਤਾਂ ਉਹਦੇ ਲਈ ਵੇਟ ਕਰਿਆ ਕਰੋ। ਉਹਦੇ ਲਈ ਮਤਲਬ ਐਂ ਕਿਸੇ ਪਿੱਛੇ ਲੱਗ ਕੇ ਨਾ ਵੀ ਐਂ ਨਹੀਂ ਕਰਨ ਦੀ ਲੋੜ ਕਿ ਵੀ ਹੁਣੇ ਕਰ ਦਿਓ, ਜਿਵੇਂ ਰੈਂਡਮਲੀ ਹੁਣ ਮੈਂ ਨਾਮ ਦਾ ਲੈਣਾ ਮਤਲਬ ਚੱਲਦਾ ਨਾ ਕਿ ਜੀ ਕਿ ਤੁਸੀਂ ਇੱਦਾਂ ਦਾ ਕੋਈ 4-5 ਮਹੀਨੇ ਦਾ ਵੀਜ਼ਾ ਮਿਲਦਾ ਜੀ ਤੁਹਾਨੂੰ, ਉੱਥੇ ਕੋਈ ਆਲਸੀ ਦੀ ਲੋੜ ਨਹੀਂ, ਕੁਛ ਇੱਦਾਂ ਦੀ ਕਰਨ ਦੀ ਲੋੜ ਨਹੀਂ, ਉਹ ਬਹੁਤ ਕਾਮਨ ਆ ਨਾ। ਜਦ ਕਿ ਉਹ ਚੀਜ਼ ਸਾਰਿਆਂ ਨੂੰ ਨਾ ਸੁਣਨ 'ਚ ਨਵੀਂ ਲੱਗਦੀ ਆ ਕਿ ਜੀ ਆਹ ਚੀਜ਼ ਹੈਗੀ ਆ ਜੀ SX1 ਵੀਜ਼ਾ ਜੀ SX2 ਵੀ, ਤਾਂ ਉਹ ਬਹੁਤ ਕਾਮਨ ਚੀਜ਼ ਆ ਕਿ ਜੀ ਉਹ ਪਹਿਲਾਂ ਹੀ ਕਹਿੰਦੇ ਕਿ ਜੀ ਜਿਹੜੀ ਸਟੱਡੀ 6 ਮੰਥਸ ਤੋਂ ਥੱਲੇ ਆ ਉਹਦੇ ਲਈ ਤੁਹਾਨੂੰ ਸਟੱਡੀ ਪਰਮਿਟ ਚਾਹੀਦਾ ਹੀ ਨਹੀਂ। ਸੋ ਦੈਟਸ ਨਥਿੰਗ ਨਿਊ। ਬਟ ਹਾਂ ਸਾਡੇ ਲੋਕਾਂ ਨੂੰ ਨਵੀਂ ਚੀਜ਼ ਸੁਣਨ ਦੀ ਆਦਤ ਆ, ਬਟ ਉਹਦੇ ਅਸੀਂ ਡਿਟੇਲ 'ਚ ਨਹੀਂ ਜਾਂਦੇ ਕਿ ਉਹਦਾ ਹੋਣਾ ਕੀ ਆ। ਸੋ ਐਕਚੁਅਲੀ ਦੈਟਸ ਅ TRV। ਸਰ ਤੁਸੀਂ ਹੁਣ ਮੈਸੇਜ ਕੀ ਦੇਣਾ ਚਾਹੋਗੇ ਲੋਕਾਂ ਨੂੰ, ਲਾਈਕ ਇੱਕ ਅਪੀਲ ਸੌਰਟ ਆਫ ਕੀ ਕਰਨਾ ਚਾਹੋਗੇ ਕਿ ਉਹਨਾਂ ਨੂੰ ਕੀ ਮਤਲਬ ਆਪਣੇ ਡਾਕੂਮੈਂਟਸ ਜਿਹੜੇ ਨੇ ਉਹਨਾਂ ਨੂੰ ਪ੍ਰੋਪਰ ਵੈਰੀਫਾਈ ਕਰਨਾ ਚਾਹੀਦਾ ਤੇ ਨਾਲ ਦੇ ਨਾਲ ਅਪਡੇਸ਼ਨ ਕਰਨੀ ਚਾਹੀਦੀ ਹੈ? ਬਿਲਕੁਲ, ਜੇ ਤੁਸੀਂ ਦੋ ਤਰ੍ਹਾਂ ਦੀ ਹੁਣ ਮੈਸੇਜ ਕਰ ਲਓ, ਦੋ ਲੋਕਾਂ ਲਈ ਮੈਸੇਜ ਹੈ। ਇੱਕ ਜਿਹੜੇ ਆਲਰੇਡੀ ਇਨ ਪ੍ਰੋਸੈਸ ਨੇ ਤਾਂ ਉਹਨਾਂ ਦਾ ਇਹ ਹੈਗਾ ਕਿ ਜੀ ਥੋੜ੍ਹਾ ਵੇਟ ਕਰੋ, ਜੇ ਤੁਹਾਨੂੰ ਕੋਈ ਉੱਧਰੋਂ ਕਮਿਊਨੀਕੇਸ਼ਨ ਨਹੀਂ ਹੋਈ ਤਾਂ ਪਹਿਲੀ ਗੱਲ ਉਹਨੂੰ ਟਰੈਕ ਕਰੋ। ਜੇ ਤੁਹਾਨੂੰ ਕੋਈ ਡਾਕੂਮੈਂਟ ਰਿਕੁਐਸਟ ਆਈ ਤਾਂ ਡਾਕੂਮੈਂਟ ਰਿਕੁਐਸਟ ਨੂੰ ਪੂਰਾ ਕਰੋ। ਹਾਂ ਹਜੇ ਜੇ ਤੁਸੀਂ ਲਗਾਉਣਾ ਤਾਂ ਫਿਰ ਆਪਣੀ ਐਲੀਜੀਬਿਲਟੀ ਚੈੱਕ ਕਰ ਲਓ ਕਿ ਤੁਸੀਂ ਕਿਹੜੇ ਪ੍ਰੋਗਰਾਮ ਲਈ ਐਲੀਜੀਬਲ ਹੁੰਦੇ ਹੋ, ਤਾਂ ਉਹਦੇ ਅਕੋਰਡਿੰਗ ਆਪਣੀ ਚੋਇਸ ਬਣਾਓ। ਏਜੰਟ ਦੇ ਅਕੋਰਡਿੰਗ ਨਾ ਜਾਓ ਕਿ ਏਜੰਟ ਕਹਿੰਦਾ ਕਿ ਨਹੀਂ ਤੁਸੀਂ ਇਹਦੀ ਜਗ੍ਹਾ ਸਟੱਡੀ ਲਗਾ ਲਓ ਜਾਂ ਇਹਦੀ ਜਗ੍ਹਾ 'ਤੇ ਆਹ ਕਰ ਲਓ, ਉਹਦੇ ਅਕੋਰਡਿੰਗ ਨਾ ਜਾਓ। ਤੁਸੀਂ ਆਪਣਾ ਲੈਵਲ ਦੇਖੋ ਕਿ ਤੁਹਾਡੇ ਅਕੋਰਡਿੰਗ ਤੁਸੀਂ ਕਿੱਥੇ ਫਿੱਟ ਬੈਠਦੇ, ਬੈਸਟ ਫਿੱਟ ਕਿੱਥੇ ਵਿਦਆਊਟ ਮੈਨੀਪੂਲੇਸ਼ਨ, ਤਾਂ ਉਹ ਤੁਹਾਡੇ ਲਈ ਜ਼ਿਆਦਾ ਸੂਟੇਬਲ ਹੋਏਗਾ। ਤਾਂ
ਇਹ ਸੀਗੇ ਗਗਨਦੀਪ ਸਿੰਘ ਖਟਰਾ ਗਲੋਬਲ ਅਚੀਵਰ ਤੋਂ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਵੈਦਰ ਇਟਸ ਐਕਸਪ੍ਰੈਸ ਐਂਟਰੀ, ਸਟੱਡੀ ਵੀਜ਼ਾ, ਸਪਾਊਸਲ ਵੀਜ਼ਾ ਜਾਂ ਵਿਜ਼ਿਟਰ ਵੀਜ਼ਾ, ਸਾਡੇ ਡਾਕੂਮੈਂਟਸ ਜਿਹੜੇ ਨੇ ਉਹ ਪ੍ਰੋਪਰ ਵੈਰੀਫਾਈਡ ਹੋਣੇ ਚਾਹੀਦੇ ਹੈ। ਤੇ ਸਾਨੂੰ ਜੇ ਆਪਾਂ ਸਪਾਊਸਲ ਦੀ ਗੱਲ ਕਰੀਏ ਤੇ ਸਾਨੂੰ ਜਿਹੜੇ ਟਾਈਮ ਟੂ ਟਾਈਮ ਅਪਡੇਸ਼ਨ ਆਪਣੀ ਜਿਹੜੀ ਹੈ ਕੈਨੇਡੀਅਨ ਗਵਰਨਮੈਂਟ ਨੂੰ ਕਰਨੀ ਚਾਹੀਦੀ ਹੈ, ਸੋ ਦੈਟ ਅਸੀਂ ਆਪਣਾ ਸਪਾਊਸ ਜਦ ਬੁਲਾਣਾ ਹੈ ਤੇ ਉਸ ਵਿੱਚ ਸਾਨੂੰ ਕੋਈ ਪ੍ਰੋਬਲਮ ਨਾ ਆਏ ਤੇ ਸਾਡੇ ਸਪਾਊਸ ਨੂੰ ਵੀ ਕੋਈ ਜਿਹੜੀ ਦਿੱਕਤ ਹੈ ਫੇਸ ਨਾ ਕਰਨੀ ਪਵੇ। ਤੇ ਜੇ ਤੁਸੀਂ ਵੀ ਹੁਣ ਆਪਣੀ PR ਫਾਈਲ ਲਗਾਉਣ ਦੀ ਸੋਚ ਰਹੇ ਹੋ ਐਕਸਪ੍ਰੈਸ ਐਂਟਰੀ ਰਾਹੀਂ, ਤਾਂ ਜਲਦ ਹੀ ਜਿਹੜਾ ਡਰਾ ਹੈ ਉਹ ਖੁੱਲਣ ਲੱਗਾ ਤੇ ਤੁਸੀਂ ਆਪਣਾ ਜਿਹੜਾ ਹੈ ਆਪਣੇ ਡਾਕੂਮੈਂਟਸ ਜਿਹੜੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਐਂਡ ਆਲ ਜਿਹੜਾ ਵੀ ਸਿਸਟਮ ਇਹਦਾ ਪ੍ਰੋਸੀਜਰ ਹੈ ਤੁਸੀਂ ਹੁਣ ਉਸ ਨੂੰ ਸਟਾਰਟ ਕਰ ਸਕਦੇ ਹੋ। ਤੇ ਜੇ ਹੋਰ ਵੀ ਤੁਹਾਡੀ ਕੋਈ ਕੁਐਰੀਜ਼ ਨੇ ਤੁਸੀਂ ਆ ਕੇ ਇੱਥੇ ਸਰ ਨੂੰ ਵਿਜ਼ਿਟ ਕਰ ਸਕਦੇ ਹੋ। ਇਹਨਾਂ ਦਾ ਆਫਿਸ ਹੈ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਕ੍ਰਿਸ਼ਨਾ ਮੰਦਿਰ ਦੇ ਕੋਲ। ਇੱਥੇ ਆ ਕੇ ਤੁਸੀਂ ਜਿਹੜਾ ਹੈ ਇਹਨਾਂ ਤੋਂ ਜਿਹੜੀ ਵੀ ਗਾਈਡੈਂਸ ਹੈ ਉਹ ਇੱਥੇ